हाँ जी सुदर्शन तूर लाइन ते तुसी कुछ कहना चाहो उस तो बाद पब्लिक ओपीनियन लाई जा रही है, बोलो जी। मैं ये कहना चाहना भी ਇਹਦਾ ਜਿਹੜਾ ਪਿੱਛੇ ਬॉयਫ੍ਰੈਂਡ ਆ ਇੱਕ ਉਹ ਅਦਿੱਤਿਆ, ਉਹਦਾ ਨਾਮ ਹੈਗਾ ਅਦਿੱਤਿਆ ਬੰਟੀ ਚੌਹਾਨ। ਉਹ ਕਹਿੰਦਾ ਮੇਰੀ ਵਾਈਫ ਆ, ਜਿਹੜਾ ਜਸਵਿੰਦਰ ਕਹਿੰਦਾ ਮੇਰੀ ਵਾਈਫ ਆ। ਮੇਰੇ ਨਾਲ ਤਾਂ ਵਿਆਹ ਹੋਇਆ ਸੀ, ਮੇਰੀ ਵਾਈਫ ਤਾਂ ਹੈਗੀ ਆ, ਇਹ ਪਤਾ ਨਹੀਂ ਕਿਹਦੀ ਵਾਈਫ ਆ। ਹਾਂਜੀ ਤੂੰ ਸਭ ਤੁਸੀਂ ਮਜ਼ਾਕ ਕਰਦੇ ਹੋ ਜਾਂ ਮੈਂ ਇੰਟਰਵਿਊ ਕਰ ਰਿਹਾ ਆਪਣਾ ਗੁੱਸਾ ਸਾਂਝਾ ਕਰ ਰਹੇ ਹੋ? ਨਹੀਂ ਜੀ, ਮੈਂ ਤਾਂ ਇੰਟਰਵਿਊ ਸੱਚੀ ਗੱਲ ਦੱਸ ਰਿਹਾ। ਉਹਦਾ ਮੈਨੂੰ ਫੋਨ ਆਇਆ ਸੀ 5 ਦਿਨ ਹੋ ਗਏ, ਉਹ ਕਹਿੰਦਾ ਤੂੰ ਮੇਰੀ ਵਾਈਫ ਨੂੰ ਤੰਗ ਕਰ ਰਿਹਾ, ਮੈਂ ਇਸ ਕਰਕੇ ਤੇਰੇ ਤੇ ਚਾਈਲਡ ਅਬਿਊਜ਼ ਦਾ ਕੇਸ ਪਵਾ ਰਿਹਾ। ਬਕਵਾਸ ਕਰ, ਡੋਂਟ ਵਰੀ ਅਬਾਊਟ ਇਟ, ਹੀ ਕਾਂਟ ਕਾਲ ਯੂ, ਹੀ ਡੋਂਟ ਹੈਵ ਰਾਈਟਸ ਟੂ ਕਾਲ ਯੂ। ਅੱਛਾ ਜਿਹੜਾ ਐਨੀਵੇ ਤੁਸੀਂ ਇਹ ਦੋਸ਼ ਲਾ ਰਹੇ ਹੋ ਕਿ ਜਿਹੜੀ ਤੁਹਾਡੀ ਮਿਸਿਸ ਦੇ ਆ ਉਹਨੇ ਤੁਹਾਡੇ ਚਾਰਜ ਲਾਏ ਨੇ, ਪਰ ਅਸੀਂ ਨਹੀਂ ਕੁਝ ਕਹਿ ਸਕਦੇ। ਸਾਡੇ ਵਾਸਤੇ ਨਰਿੰਦਰ ਕੌਰ ਚਾਹਲ ਜਿਹੜੇ ਨੇ ਉਹ ਸਤਿਕਾਰਯੋਗ ਨੇ, ਤਾਂ ਹੁਣ ਨਰਿੰਦਰ ਤੂਰ ਕਹਾਂਗੇ ਕਿਉਂਕਿ ਤੁਹਾਡੇ ਨਾਲ ਸ਼ਾਦੀ ਹੋ ਗਈ ਹੈ, ਉਹਨਾਂ ਨੇ ਆਪਣਾ ਤੂਰ ਲਿਖਾਇਆ, ਹੁਣ ਨਰਿੰਦਰ ਤੂਰ ਕਹੋ ਤੁਸੀਂ ਨਾ। ਨਹੀਂ, ਉਹ ਨਰਿੰਦਰ ਕੌਰ ਬਸਰਾ ਦੱਸਦੀ ਸੀ ਤੇ ਮੈਰਿਜ ਸਰਟੀਫਿਕੇਟ ਤਾਂ ਨਰਿੰਦਰ ਕੌਰ ਹੀ ਲਿਖਾਇਆ ਉਹਨੇ ਕੱਲਾ। ਪਤਾ ਨਹੀਂ ਕੀ ਪਹਿਲਾਂ ਤੇ ਹੇਰਾ ਫੇਰੀ ਸੀ ਉਹਦੇ ਦਿਲ 'ਚ। ਨਹੀਂ, ਪਰ ਤੁਸੀਂ ਜਦੋਂ ਵਿਆਹ ਕਰਾਇਆ, ਰਜਿਸਟਰ ਕੀਤੀ ਮੈਰਿਜ, ਤਾਂ ਤੁਸੀਂ ਪੂਰਾ ਨਾਂ ਲਿਖਾ ਕੇ ਸ਼ੀ ਇਜ਼ ਮਾਈ ਵਾਈਫ? ਜਦ ਮੈਂ ਲਿਖਾਇਆ ਸ਼ੀ ਇਜ਼ ਮਾਈ ਵਾਈਫ, ਬਟ ਉਹਨੇ ਨਰਿੰਦਰ ਕੌਰ ਬਸਰਾ ਨਹੀਂ ਲਿਖਾਇਆ, ਕੱਲਾ ਨਰਿੰਦਰ ਕੌਰ ਹੀ ਲਿਖਾਇਆ। ਤਾਂ ਉਹਨੂੰ ਇਮੀਗ੍ਰੇਸ਼ਨ ਮੈਂਡ ਹੁਣ ਤਾਂ ਖੈਰ ਇਮੀਗ੍ਰੇਸ਼ਨ ਮੈਂਡ ਨਹੀਂ ਕਿ ਤੁਸੀਂ ਉਹਨੂੰ ਉੱਤੇ ਐਕਸ਼ਨ ਲੈ ਲਿਆ, ਵਾਪਸ ਇਮੀਗ੍ਰੇਸ਼ਨ ਨੂੰ ਨੋਟਿਸ ਦਿੱਤਾ। ਐਨੀਵੇ, ਸੋ ਅਸੀਂ ਪਬਲਿਕ ਓਪੀਨੀਅਨ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਕਰਨਗੇ, ਲੋਕ ਤੁਹਾਨੂੰ ਪੁੱਛਣਗੇ ਸਵਾਲ। ਹਾਂਜੀ ਓਕੇ, ਨੰਬਰ 2 ਕਾਲਰ ਨੂੰ ਲੈ ਰਹੇ ਹਾਂ। ਨੰਬਰ 2 ਕਾਲਰ, ਸਪੀਕ ਯੂਰ ਮਾਈਂਡ, ਕੀ ਕਹਿਣਾ ਚਾਹੁੰਦੇ ਹੋ ਮਿਸਟਰ 72 ਸਾਲ ਦੇ ਨੌਜਵਾਨ ਗੱਭਰੂ ਨੂੰ? ਹਾਂਜੀ ਬਾਈ ਸਾਹਿਬ, ਮੈਂ ਪੁਸ਼ਪਿੰਦਰ ਬੋਲਦਾ ਜੀ ਵਿਨੀਪੈਗ ਤੋਂ। ਇਹਨਾਂ ਦੀ ਸਟੋਰੀ ਸਿਮਿਲਰ ਹੈ। ਜਿਹੜੀ ਇੱਕ ਵਾਰੀ ਪਹਿਲਾਂ ਅਮਰੀਕਾ ਤੋਂ ਸਟੋਰੀ ਆਈ ਸੀ, ਉਹ ਵੀ ਕਾਫੀ ਏਜ ਦੇ ਸੀਗੇ ਜਿਨ੍ਹਾਂ ਨੇ ਮੈਰਿਜ ਕਰਾਈ ਹੈ। ਮੈਂ ਇਹਨਾਂ ਨੂੰ ਮੈਨੂੰ ਇੱਥੋਂ ਤੱਕ ਲੱਗਦਾ ਜੀ, ਆਪਾਂ ਕਈ ਕੇਸਿਸ 'ਚ ਕਹਿੰਦੇ ਵੀ ਉਹਨੂੰ ਲਾਈਨ ਤੇ ਲੈ ਕੇ ਆਓ ਫਿਰ ਕਲੀਅਰ ਹੋਊ, ਪਰ ਮੇਰਾ ਓਪੀਨੀਅਨ ਇਹ ਹੈ ਜੀ ਵੀ ਇਹਨਾਂ ਦੀ ਗੱਲ ਕਲੀਅਰ ਹੈ, ਇਹਨਾਂ ਨੂੰ ਯੂਜ਼ ਕੀਤਾ ਗਿਆ ਜੀ। ਠੀਕ ਹੈ ਜੀ, ਪ੍ਰੀ ਪਲਾਨ ਨਾਲ ਹੋਇਆ, ਸਾਰਾ ਕੁਝ ਗਲਤ ਹੋਇਆ ਜੀ, ਤੇ ਇਹਨਾਂ ਨਾਲ ਮਾੜਾ ਹੋਇਆ। ਇਹਨਾਂ ਦੀ ਜੇ ਹੈਲਪ ਕਰ ਸਕਦੇ ਹੋ ਤਾਂ ਕਰੋ ਜੀ, ਗਲਤ ਮਿਹਰਬਾਨੀ। ਅਗਲੀ ਕਾਲ, ਨੰਬਰ 3 ਕਾਲਰ ਪਲੀਜ਼। ਨੰਬਰ 4 ਕਾਲਰ ਪਲੀਜ਼। ਹਾਂਜੀ ਸਰ ਜੀ, ਮੈਂ ਵਿਨੀਪੈਗ ਤੋਂ ਬੋਲ ਰਿਹਾ ਜੀ। ਤੇ ਮੈਨੂੰ ਲੱਗ ਰਿਹਾ ਨਾ ਜੀ ਅੰਕਲ ਜੀ ਦੀ ਸਟੋਰੀ ਦੇ ਵਿੱਚ ਨਾ ਕੁਝ ਮਿਕਸ ਅਪ ਹੈ, ਇਹ ਆਪ ਕਨਫਿਊਜ਼ਡ ਹੈਗੇ ਆ। ਜਦੋਂ ਸਾਰਾ ਕੁਝ ਡਿਸਕਲੋਜ਼ ਹੋ ਗਿਆ ਤੇ ਕਹਿ ਰਹੇ ਆ ਜੀ ਕਿ ਬਈ ਉਹਦੇ ਬॉयਫ੍ਰੈਂਡ ਸੀਗੇ, ਉਹਦਾ ਐਵੇਂ ਸੀ ਉਵੇਂ ਸੀ, ਜਦ ਤੱਕ ਗੱਡੀ ਚੱਲ ਰਹੀ ਸੀ ਤਦ ਤੱਕ ਸਭ ਕੁਝ ਠੀਕ ਸੀ। ਤੇ ਵੈਸੇ 72 ਸਾਲ ਦੀ ਉਮਰ ਵਿੱਚ ਸ਼ਾਦੀ ਕਰਨ ਦਾ ਤਾਂ ਨਤੀਜਾ ਹੀ ਹੋਣਾ ਨਾ ਜਿਹੜਾ ਇਹਨਾਂ ਨਾਲ ਹੋਇਆ। ਤੇ ਅੰਡਰਸਟੂਡ ਸੀ, ਜਗ ਜ਼ਾਹਿਰ ਗੱਲ ਹੈ ਕਿ ਇਹ ਸ਼ਾਦੀ ਬਹੁਤ ਲੰਬੇ ਸਮੇਂ ਤੱਕ ਕੰਟੀਨਿਊ ਸੀ ਹੋ ਸਕਦੀ। ਹਾਂਜੀ, ਇਹ ਤਾਂ ਦੂਜੀ ਗੱਲ, ਕੋਈ ਪੱਕੀ ਤਾਂ ਹੋਈ ਨਹੀਂ ਪਹਿਲਾਂ ਕੁੜੀ ਆਪਣੇ ਦੂਸਰੇ ਤੂਰ ਜੀ। ਲੋਕ ਕਹਿ ਰਹੇ ਨੇ ਕਿ ਇਹ ਤੁਹਾਨੂੰ ਕਰਾਉਣੀ ਨਹੀਂ ਸ਼ਾਦੀ ਚਾਹੀਦੀ ਇਸ ਉਮਰ 'ਚ। ਉਹ ਬਸ ਜੀ, ਮੈਂ ਕਿਹਾ ਵੀ ਚੱਲ ਇਹ ਵੀ ਦੁਖੀ ਆਈ ਆ ਕਿਉਂਕਿ ਇਹਨੂੰ ਕੱਢਿਆ ਸੀ। ਮੈਂ ਵੀ ਹੈਗਾ, ਚੱਲ ਸਾਡੀ ਜ਼ਿੰਦਗੀ ਜਿਹੜੀ ਮੇਰੀ ਸੌਖੀ ਨਿਕਲ ਜੂਗੀ, ਮੈਂ ਤਾਂ ਇਸ ਕਰਕੇ ਕਰਾਈ ਨਾ। ਤੁਹਾਨੂੰ ਇਹ ਕਿਸ ਸ਼ਾਦੀ ਕਰਾ ਲਓ ਜਾਂ ਤੁਹਾਨੂੰ ਤੁਸੀਂ ਕਿਵੇਂ ਨਾ ਕਰਾ ਲਓ ਸ਼ਾਦੀ? ਨਹੀਂ ਜੀ, ਇਹਨੇ ਮਹੀਨਾ ਪਰ ਮੇਰੀਆਂ ਮਿਹਨਤਾਂ ਕੀਤੀਆਂ ਸੀ ਮੇਰੇ ਨਾਲ, ਸ਼ਾਦੀ ਕਰਾ ਲਾ। ਤੁਸੀਂ ਸ਼ਾਦੀ ਕਰਾਉਣ ਤੋਂ ਪਹਿਲਾਂ ਰਿਲੇਸ਼ਨ ਬਣਾਏ ਸੀ ਇਸ ਔਰਤ ਨਾਲ? ਟੈਲ ਮੀ ਟਰੂ। ਨਹੀਂ ਜੀ, ਪਹਿਲਾਂ ਮੇਰਾ ਕੋਈ ਰਿਲੇਸ਼ਨ ਨਹੀਂ। ਹਾਂਜੀ, ਨਹੀਂ ਜੀ, ਪਹਿਲਾਂ ਕੋਈ ਰਿਲੇਸ਼ਨ ਸੀ। ਪਹਿਲਾਂ ਤਾਂ ਰਹਿੰਦੇ ਆਪਦੇ ਸੀਗੀ, ਮਤਲਬ ਰੂਮ ਮੇਰੇ ਕੋਲ 2 ਬੈਡਰੂਮ ਦੀ ਅਪਾਰਟਮੈਂਟ ਹੈ, ਆਪਦੇ 'ਚ ਪੈ ਜਾਂਦੀ ਸੀ, ਮੈਂ ਆਪਦੇ 'ਚ ਪੈ ਜਾਂਦਾ। ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਮੈਨੂੰ ਮਿਲ ਰਹੀ, ਉੱਚੀ ਆਵਾਜ਼। ਮੈਂ ਕਿਹਾ ਜੀ ਪਹਿਲਾਂ ਕੋਈ ਰਿਲੇਸ਼ਨ ਨਹੀਂ ਸੀ, ਮਹੀਨਾ 1.5 ਮਹੀਨਾ ਇਹ ਮੇਰੇ ਕੋਲੇ ਰਹੀ ਹੈ, ਆਪਦੇ ਰੂਮ 'ਚ ਪੈਂਦੇ ਸੀ, ਮੈਂ ਆਪਦੇ ਰੂਮ 'ਚ ਪੈਂਦੇ ਸੀ, ਜੋ ਖਰਚਾ ਮੈਂ ਸਾਰਾ ਕਰੀ ਜਾਂਦਾ ਸੀ। ਨਾ ਤੁਹਾਨੂੰ ਲੱਗਦਾ ਸੀ, ਤੁਹਾਨੂੰ ਪੈਣਕ ਪੈਂਦੀ ਸੀ ਕਿ? ਹਾਂਜੀ, ਮੇਰਾ ਇੱਕ ਸਵਾਲ ਹੋਰ ਹੈਗਾ, ਇਹ ਜਿਹੜੇ ਹੈਗੇ ਆ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੇ ਹੁਣ ਕੀਤੀ ਹੈ, ਤੇ ਜਿਹੜੇ ਇਹਨਾਂ ਨੂੰ ਫੋਨ ਕਾਲ ਹੋਣ ਆ ਰਹੀ ਹੈ, ਚਾਹੇ ਜਿਹੜੇ ਵੀ ਇਹਨਾਂ ਦੇ ਹਸਬੈਂਡ ਪੁਰਾਣੇ ਜਿਹੜੇ ਹੈਗੇ ਸੀ ਇਹਨਾਂ ਦੀ ਵਾਈਫ ਦੇ, ਇਹ ਹੋਣ ਆ ਰਹੇ ਨੇ, ਤੇ ਪਹਿਲੇ ਇਹਨਾਂ ਨੇ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ? ਪਹਿਲੇ ਤਾਂ ਬੜੀ ਜਲਦੀ ਉਹਨਾਂ ਨੇ ਵਿਆਹ ਕਰ ਲਿਆ। ਨਹੀਂ, ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਹੁਣ ਕੀਤੀ, ਇਹਨਾਂ ਨੂੰ ਫੋਨ ਆਏ ਆ ਹੁਣ। ਇਹ ਪਹਿਲਾਂ ਕਿਉਂ ਨਹੀਂ ਆਏ ਸਰ ਜੀ? ਪਹਿਲਾਂ ਤਾਂ ਮਹੀਨਾ ਰਹੀ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ, ਮੈਨੂੰ ਨਹੀਂ ਮੈਂ ਪਹਿਲਾਂ ਫੋਨ ਜੇ ਆਉਂਦੇ ਸੀ ਤਾਂ ਉਹਨੂੰ ਆਉਂਦੇ ਸੀ, ਮੈਨੂੰ ਨਹੀਂ ਆਉਂਦੇ ਸੀ। ਇਹ ਜਨਾਨੀ ਇਹੋ ਜਿਹੀ ਆ, ਇਹਦਾ ਆਪਦੀ ਜਠਾਣੀ ਨਾਲ ਕੇਸ ਚੱਲ ਰਿਹਾ। ਉਹ ਜਿਹੜਾ ਜਸਵਿੰਦਰ ਆ ਉਹ ਨੰਬਰ ਬਲੌਕ ਕਰਕੇ ਉਹਨੂੰ ਗਾਲਾਂ ਵੀ ਕੱਢਦਾ, ਮੈਨੂੰ ਵੀ ਉਹਨੇ ਬਹੁਤ ਫੋਨ ਕੀਤੇ ਆ। ਤੁਹਾਨੂੰ ਜਿਹੜੀ ਹੁਣ ਪਤਾ ਚੱਲ ਰਹੀਆਂ, ਵਿਆਹ ਵੇਲੇ ਤੁਹਾਨੂੰ ਕਿਉਂ ਨਹੀਂ ਪਤਾ ਚੱਲੀਆਂ? ਮੈਂ ਇਹ ਪੁੱਛਣਾ ਚਾਹੁੰਦਾ। ਵਿਆਹ ਵੇਲੇ ਜੀ ਹੁਣ ਮੈਂ ਜਾਣਦਾ ਨਹੀਂ ਸੀ, ਉਹ ਬੰਦਾ ਜਿਹੜਾ ਛੱਡ ਗਿਆ ਉਹ ਮੇਰਾ ਕਈ ਸਾਲਾਂ ਤੋਂ ਫਰੈਂਡ ਸੀਗਾ, ਤੇ ਹੁਣ ਮੈਨੂੰ ਲੋਕੀ ਦੱਸ ਰਹੇ ਆ ਵੀ ਆਹ ਕਰਤੂਤ ਹੋ ਰਹੀ ਆ, ਜਾਂ ਉਹ ਬੰਦੇ ਦਾ ਫੋਨ ਆਇਆ ਹੁਣ ਵੀ ਇਹ ਮੇਰੀ ਵਾਈਫ ਆ, ਉਹਨੇ ਫੇਸਬੁੱਕ ਤੇ ਹੀ ਪਾਇਆ। ਐਕਚੁਅਲੀ ਇਹਦਾ ਇਰਾਦਾ ਸੀ ਗ੍ਰੀਨ ਕਾਰਡ ਲੈਣ ਦਾ, ਗ੍ਰੀਨ ਕਾਰਡ ਲੈ ਕੇ ਮੈਂ ਤਾਂ ਟਰੱਕ ਤੇ ਰਹਿੰਦਾ ਸੀ, ਮੇਰੇ ਪੈਸੇ ਵੀ ਇਹਨੇ, ਮੈਂ ਨਹੀਂ ਪੁੱਛਿਆ, ਮੈਂ ਐਡਾ ਭਲਾ ਮਾਨਸਾ, ਮੇਰਾ ਪਿੰਡ ਭਿੰਡਰਾ, ਜਿੱਥੋਂ ਮਰਜ਼ੀ ਪੁੱਛ ਲਓ ਤੁਸੀਂ ਜਾ ਕੇ ਸਾਡੇ ਪਰਿਵਾਰ ਦੀ ਬਾਬਤ। ਮੈਂ ਇੱਥੇ ਲੋਕਾਂ ਦੀ ਬਹੁਤ ਮਦਦ ਕੀਤੀ ਆ। ਤੁਹਾਡਾ ਲਗਭਗ $60,000 ਲੈ ਗਈ ਜਾਂ $80,000 ਲੈ ਗਈ ਕਢਾ ਕੇ?
$80,000 ਦੀ ਮੈਂ ਬੁਕਿੰਗ ਕੀਤੀ ਆ। ਇਹਨੇ ਜੁਆਇੰਟ ਅਕਾਊਂਟ ਚੋਂ ਮੈਨੂੰ ਨਹੀਂ ਪਤਾ ਲੱਗਣ ਦਿੱਤਾ, ਆਪਦਾ ਅੱਡ ਅਕਾਊਂਟ ਖੁਲਾ ਲਿਆ, ਉਹਦੇ ਤੇ ਟ੍ਰਾਂਸਫਰ ਕਰ ਇੰਡੀਆ ਨੂੰ ਵੀ ਪੈਸਾ ਭੇਜਿਆ। ਐਸੀ ਹੁਣ ਤੁਹਾਡੇ ਬੈਂਕ ਦੇ ਵਿੱਚ ਬੈਲੈਂਸ ਕਿੰਨਾ ਹੈ ਹੁਣ? 0। ਓ ਮਾਈ ਗॉड। ਅੱਛਾ ਜੀ, ਅਗਲੀ ਕਾਲ। ਓਕੇ, ਨੰਬਰ 5 ਜੀ, ਵੈਰੀ ਸੈਡ ਪਾਰਟ, ਬਜ਼ੁਰਗ ਨੌਜਵਾਨ ਲਈ ਜ਼ੀਰੋ ਬੈਲੈਂਸ ਹੋ ਜਾਣਾ, ਹਾਂਜੀ, ਬੜਾ ਔਖਾ ਹੈ ਜੀ। ਅੱਛਾ, ਨੰਬਰ 5 ਕਾਲਰ ਪਲੀਜ਼। ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਜੀ ਬੋਲੋ ਸਰ। ਜੀ ਫਤਿਹ ਬੁਲਾਉਣੀ, ਤੁਹਾਡੇ ਨਾਲ ਫਤਿਹ ਸਾਂਝੀ ਕਰਨੀ ਸੀ, ਇਹ ਕੰਮ ਚੱਲਦੇ ਰਹਿਣ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਗੁਰੂ ਮਹਾਰਾਜ ਬਖਸ਼ਿਸ਼ ਕਰੇ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਅਗਲੀ ਕਾਲ ਨੰਬਰ 6 ਕਾਲ ਪਲੀਜ਼। ਹੈਲੋ। ਹਾਂਜੀ ਟੂਰ ਸਾਹਿਬ ਜੀ। ਹਾਂਜੀ ਭਾਜੀ, ਤੁਸੀਂ 36 ਘੰਟੇ ਦਾ ਟਰੱਕ ਚਲਾਉਂਦੇ ਰਹੇ ਇਲੀਗਲ ਚ, ਪਹਿਲਾਂ ਸਭ ਤੋਂ ਨੰਬਰ 1 ਕਰਦੇ ਉਦੋਂ ਭਾਜੀ ਅਮਰੀਕਾ ਦੇ ਵਿੱਚ ਜਦੋਂ ਕਰੋਨਾ ਚੱਲਦਾ ਸੀਗਾ, ਉਦੋਂ ਇਹਨਾਂ ਨੇ ਕਿਹਾ ਸੀ ਵੀ ਲਾ ਬੁੱਕਾਂ ਵਰਤ ਲਓ। ਭਾਜੀ 36 ਘੰਟੇ ਦਾ ਕੋਈ ਨਹੀਂ, ਤੁਸੀਂ ਆਪ ਸਿਆਣੇ 36 ਘੰਟੇ ਲਗਾਤਾਰ ਟਰੱਕ ਚਲਾ ਕੇ ਤੇ ਜਸਵਿੰਦਰ ਸਿੰਘ ਨੇ ਥਕੇਵਾ ਲਾਉਣਾ ਸੀਗਾ ਘਰਦਿਆਂ ਤੋਂ, ਤਾਂ ਬਾਕੀ ਤਾਂ ਕੋਈ ਲਾ ਨਹੀਂ ਸਕਦਾ। ਇਹ ਤਾਂ ਗੱਲ ਤੁਹਾਡੀ ਠੀਕ ਆ ਜੀ, ਮੈਨੂੰ ਤਾਂ ਉਹ ਕਹਿ ਦਿੰਦੇ ਸੀ ਆਪਾਂ ਪੈਸੇ ਬਣਾ ਲਈਏ ਘਰ ਲੈਣਾ। ਮੈਂ ਤਾਂ ਖੋਤਿਆਂ ਨੂੰ ਕੰਮ ਕਰਕੇ ਉਹ ਪੈਸੇ ਬਣਾਏ ਸੀ। ਇਹ ਨਹੀਂ ਵੀਰੇ, ਗੱਲ ਇਹ ਆ, ਉਮਰ ਚ ਵੱਡਾ ਆ, ਸਿਰਫ ਇੰਨੀ ਗੱਲ ਕਵਾਂਗੇ, ਕਿਤੇ ਪੈਸਾ ਪੱਲਾ ਰਹਿ ਜਾਂਦਾ, ਸਿਆਣੇ ਕਹਿੰਦੇ ਪੈਸੇ ਪੱਲੇ ਰਹਿ ਗਏ ਆ, ਬਾਕੀ ਤਾਂ ਕੁਝ ਨਹੀਂ ਰਿਹਾ। ਪੈਸੇ ਵੀ ਨਹੀਂ ਪੱਲੇ ਰਹੇ ਭਰਾਵਾ, ਪੈਸੇ ਵੀ ਜ਼ੀਰੋ ਕਾਊਂਟ ਹੋ ਗਿਆ। ਕਮ ਔਨ ਬੇਬੀ। ਹਾਂਜੀ, ਨੰਬਰ 2 ਕਾਲਰ ਪਲੀਜ਼। ਨੰਬਰ 2 ਕਾਲਰ ਪਲੀਜ਼। ਮਿੰਟ ਮੇਰੀ ਗੱਲ ਸੁਣਿਓ ਭਾਜੀ, ਇਹ ਗੱਲ ਕਰਨੀ ਆ। ਰੋਹਨ ਬੋਲ ਰਿਹਾ ਜੀ। ਹੋਲਡ ਹੋਲਡਰ ਪਲੀਜ਼। ਹਾਂਜੀ, ਹਾਂ ਬੋਲੋ। ਉਹ ਮੈਨੂੰ ਲੋਕੀ ਇਹ ਕਹਿੰਦੇ ਸੀ ਵੀ ਜਦੋਂ ਇੱਥੋਂ ਚੱਲਦਾ ਉਦੋਂ ਪਤਾ ਲੱਗਦਾ ਵੀ ਰੋਹਲ ਹੋਲਡ ਆਨ ਪਲੀਜ਼। ਆਪਣਾ ਫਦਰੇਟਾ ਖੜਾ ਹੈ, ਕਹਿੰਦੇ ਫੀਮ ਖਾਂਦਾ। ਮੈਂ ਕਿਹਾ ਮੈਂ ਫੀਮ ਨਹੀਂ ਖਾਂਦਾ, ਬਸ ਕੁਦਰਤੀ ਤਾਕਤ ਆ। ਤੁਸੀਂ ਇਹ ਵੇਖੋ, ਮੈਂ ਟਰੱਕ ਚਲਾਉਂਦਾ ਇੱਥੋਂ ਫਦਰੇਟਾ ਤੋਂ ਸਿਆਟਲ ਤੋਂ ਫੇਰ ਆਪਣਾ ਫ੍ਰਿਜ ਨੂੰ ਆਉਂਦਾ ਸੀ। ਮਤਲਬ ਉਦੋਂ ਕੋਈ ਪੁੱਛਦਾ ਨਹੀਂ ਸੀ ਇੱਥੇ ਟਰੱਕਾਂ ਵਾਲਿਆਂ ਨੂੰ। ਤੇ ਹੁਣ ਵੀ ਮੈਂ ਇੱਥੇ ਕੰਮ ਵੀ ਕੀਤਾ, 24 ਘੰਟੇ ਤਾਂ ਮੈਂ ਆਮ ਹੀ ਕਰ ਜਾਂਦਾ ਸੀ ਨਾ ਪਹਿਲਾਂ ਵੀ। ਨੰਬਰ 3 ਕਾਲਰ ਪਲੀਜ਼। ਨੰਬਰ 3 ਕਾਲਰ। ਨੰਬਰ 3 ਕਾਲਰ ਪਲੀਜ਼ ਜੀ। ਹਾਂਜੀ ਬੱਚਾ, ਸਤਿ ਸ਼੍ਰੀ ਅਕਾਲ ਜੀ। ਹੈਲੋ ਭਾਜੀ, ਗੱਲ ਕਰੋ ਸਰ, ਤੁਸੀਂ ਲਾਈਨ ਤੇ ਹੋ। ਭਾਜੀ ਇਹਨਾਂ ਕੋਲ ਗਲਤੀ ਇਹ ਹੋ ਗਈ ਹੈ, ਇਹਨਾਂ ਨੂੰ ਲੌਂਗ ਤੇ ਟਰੱਕ ਨਹੀਂ ਚਲਾਉਣਾ ਚਾਹੀਦਾ, ਵਿਆਹ ਤੋਂ ਬਾਅਦ ਲੋਕਲ ਚਲਾ ਲੈਣਾ ਚਾਹੀਦਾ, ਜਦੋਂ ਪਤਾ ਹੀ ਹਿਸਾਬ ਦਾ ਇਦਾਂ ਦਾ ਚੱਲਣ ਡਿਆ। ਤੁਹਾਨੂੰ ਐਡਵਾਈਸ ਹੈ, ਤੁਹਾਨੂੰ ਲੋਕਲ ਟਰੱਕ ਚਲਾਉਣਾ ਚਾਹੀਦਾ ਸੀ, ਇੰਨਾ ਕੰਮ ਨਹੀਂ ਸੀ ਕਰਨਾ ਚਾਹੀਦਾ, ਔਰ ਬੱਚਿਆਂ ਦਾ ਤੁਹਾਨੂੰ ਫੈਮਿਲੀ ਧਿਆਨ ਦੇਣਾ ਚਾਹੀਦਾ ਸੀਗਾ। ਇਹ ਵੀ ਇੱਕ ਕਾਰਨ ਹੈ। ਪਛਤਾਉਣਾ ਜੀ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ। ਆਈ ਸੀ। ਨੰਬਰ 4 ਕਾਲਰ ਪਲੀਜ਼। ਹੈਲੋ। ਹਾਂਜੀ ਜੀ ਬੋਲੋ ਬਾਸੀ ਸਾਹਿਬ ਜੀ, ਮੈਂ ਤਾਂ ਇਹੀ ਕਹਿਣਾ ਜੀ ਵੀ ਬਾਬੇ ਨੂੰ ਮੈਂ ਤਾਂ ਇਹ ਪੁੱਛਦਾ ਵੀ ਤੂੰ 72 ਸਾਲ ਦਾ ਹੋਇਆ ਪਿਆ, ਤੇਰੇ ਜਿਹੜੇ ਖਾਦੇ ਸੀ ਵੀ ਤੂੰ ਦੁਬਾਰੇ ਫੇਰ ਪਿਆ ਤੇ ਪੰਗੇ ਲੈਣਾ ਫਿਰਦਾ, ਸਿਵੇਂ ਤੇਰੀਆਂ ਲੱਤਾਂ ਨੇ। ਇਸ ਤਰ੍ਹਾਂ ਨਹੀਂ ਬੋਲੀਦਾ ਪਲੀਜ਼ ਕਾਲਰ, ਪਲੀਜ਼। ਨਹੀਂ ਜੀ, ਦੇਖੋ 72 ਸਾਲ ਦੀ ਉਮਰ ਹੈ ਬਾਬਾ ਜੀ, ਇਹ ਵਿਆਹਾਂ ਵਾਲੀ ਉਮਰ ਹੁੰਦੀ ਹੈ ਜੀ, ਬਾਬੇ ਨੇ ਫਿਰ ਹੁਣ ਹੋਣਾ ਹੀ ਹੈ ਜੀ ਇਹ ਕੰਮ ਤਾਂ ਜੀ। ਨਹੀਂ ਡੋਂਟ ਸੇ ਦੈਟ ਪਲੀਜ਼, ਕਮ ਔਨ। ਇਹ ਨਹੀਂ ਕਹਿਣਾ, ਮੈਂ ਇੱਥੇ 100 ਬੰਦਾ ਸਾਂਭਿਆ, 6 ਮਹੀਨੇ ਰਹਿ ਕੇ ਮੇਰੇ ਨਾਲ ਕਿਰਾਇਆ ਵੀ ਨਹੀਂ ਲਿਆ। ਅੱਜ ਉਹ ਬੰਦੇ ਸਟਿਲ ਇੱਥੇ ਰਹਿ ਰਹੇ ਅਮਰੀਕਾ ਦੇ ਵਿੱਚ। ਮੈਂ ਇੰਨੀ ਸੇਵਾ ਕੀਤੀ। ਮੇਰਾ ਪਿੰਡ ਭਿੰਡਰ ਆ, ਮੈਂ ਭਿੰਡਰ ਸੰਤ ਜਰਨੈਲ ਸਿੰਘ ਦਾ ਬਹੁਤ ਨਜ਼ਦੀਕੀ ਬੰਦਾ ਹਾਂ। ਮੈਂ ਤੁਹਾਨੂੰ ਦੱਸਾਂ, ਮੈਂ ਲੋਕਾਂ ਦੀ ਬਹੁਤ ਮਦਦ ਕੀਤੀ ਆ। ਨੰਬਰ 5 ਕਾਲਰ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ। ਹਾਂਜੀ, ਮੇਰੀ ਤਾਂ ਇਹੀ ਐਡਵਾਈਸ ਹੈ ਜੀ, ਤੁਸੀਂ ਲੋਕਲ ਟਰੱਕ ਚਲਾਉਣਾ ਚਾਹੀਦਾ ਸੀਗਾ ਤੁਹਾਨੂੰ। ਤੁਸੀਂ ਲੰਬੇ ਰੂਟ ਵਾਲਾ ਟਰੱਕ ਤਾਂ ਬਿਲਕੁਲ ਚੂਜ਼ ਨਹੀਂ ਕਰਨਾ ਸੀਗਾ। ਔਰ ਸੈਕਿੰਡ ਨੰਬਰ 'ਤੇ ਜੇਕਰ ਤੁਸੀਂ ਇੰਨੀ ਸੇਵਾ ਕੀਤੀ ਹੈ, ਤੁਸੀਂ ਦੱਸਦੇ ਕਿਉਂ? ਸੇਵਾ ਗੁਪਤ ਰੱਖੀ ਦੀ ਹੁੰਦੀ ਆ, ਉਹ ਲਾਈਫ ਦਾ ਇੱਕ ਲੈਸਨ ਦੇ ਆ ਜ਼ਰੂਰ। ਥੈਂਕ ਯੂ। ਨੰਬਰ 6 ਕਾਲਰ ਪਲੀਜ਼। ਹਾਂਜੀ, ਮੈਂ ਤਾਂ ਮੇਰੇ ਬਜ਼ੁਰਗਾਂ ਸਮਾਨ ਨੇ, ਮੈਂ ਮਾਫੀ ਮੰਗਦਾ ਪਲੀਜ਼ ਇਹਨਾਂ ਤੋਂ। ਇੱਕ ਕਹਾਵਤ ਹੁੰਦੀ ਸੀ ਆਪਣੇ, ਅੱਜ ਮੈਂ ਉਹ ਸੱਚੀ ਹੁੰਦੀ ਸੁਣਿਆ ਵੀ ਆਸੇ ਟਰੈਕਟਰ ਮਗਰ ਵੱਡੀ ਟਰਾਲੀ ਤੇ ਸਿਆਣੀ ਉਮਰ 'ਚ ਵਿਆਹ, ਵੀ ਲੋਕਾਂ ਦੇ ਕੰਮ ਆਉਂਦਾ। ਪਲੀਜ਼ ਮਾਈਂਡ ਨਾ ਕਰਨ, ਪਰ ਅੱਜ ਰੀਅਲੀ ਮੈਨੂੰ ਬਹੁਤ ਕੀ ਆਉਂਦਾ ਕੰਮ? ਮੈਂ ਸਮਝਿਆ ਨਹੀਂ, ਕੀ ਕਹਿੰਦੇ ਤੁਸੀਂ? ਸੁਣ, ਹਾਂਜੀ, ਇੱਕ ਕਹਾਵਤ ਸੁਣੀ ਸੀ ਜੀ ਮੈਂ ਬਹੁਤ ਚਿਰ ਪਹਿਲਾਂ, ਮਤਲਬ ਸੁਣਦਾ ਸੀ ਉੱਥੇ ਪਿੰਡ, ਵੀ ਆਸੇ ਟਰੈਕਟਰ ਮਗਰ ਵੱਡੀ ਟਰਾਲੀ ਤੇ ਸਿਆਣੀ ਉਮਰ 'ਚ ਕਰਾਇਆ ਵਿਆਹ, ਵੀ ਲੋਕਾਂ ਦੇ ਕੰਮ ਆਉਂਦਾ। ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ? ਨਾ ਕਰਿਓ। ਤੁਸੀਂ ਸਭ ਕੀ ਕਹਿਣਾ ਚਾਹੁੰਦੇ ਇਸ ਕਾਲਰ ਨੂੰ? ਮੈਨੂੰ ਸਮਝ ਲੱਗੀ ਟਰਾਲੀ ਤੇ। ਹਾਂਜੀ, ਜੋ ਵੀ ਸਾਨੂੰ ਕਹਿਤਾ। ਹਾਂਜੀ, ਨੰਬਰ 2 ਕਾਲਰ ਪਲੀਜ਼। ਹੈਲੋ। ਹਾਂਜੀ, ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਿਹਾ ਜੀ। ਜੀ ਬੋਲੋ ਰੋਹਨ ਜੀ, ਬੋਲੋ ਜਲਦੀ, ਮੇਕ ਸ਼ੋਰ ਕਿ ਰਾਈਟ ਵਰਡ ਬਾਸੀ ਸਾਹਿਬ। ਹਾਂਜੀ ਬਾਸੀ ਸਾਹਿਬ, ਪਹਿਲਾਂ ਤਾਂ ਆਪਣਾ ਜਿਹੜੀ ਇਹਨਾਂ ਦੀ ਵਾਈਫ ਆ ਜੀ, ਉਹ ਇਸ ਟਾਈਮ ਇੰਡੀਆ ਕਿਵੇਂ ਹੋ ਸਕਦੀ ਜੇ ਅਮਰੀਕਾ ਵਿੱਚ ਹੈ? ਤੁਹਾਨੂੰ ਦੱਸਿਆ ਕਿ ਪਰਮਾਨੈਂਟ ਨਹੀਂ ਹੈ, ਉਹ ਅਮਰੀਕਾ ਵਿੱਚ ਰਹਿੰਦੇ ਨੇ ਵਾਈਫ। ਅੱਛਾ, ਮਤਲਬ ਪਿੰਡ ਕਿਹੜਾ ਉਹਨਾਂ ਦਾ? ਇੱਥੇ ਜਲੰਧਰ ਲੱਗ ਗਿਆ ਜੀ? ਮੇਰੇ ਪਿੰਡ ਆ ਜਲੰਧਰ ਲਾਗੇ।
ਨਵਾਂ ਸ਼ਹਿਰ ਲੱਗ ਗਿਆ, ਤੁਸੀਂ ਫੇਰ ਤਾਂ ਉੱਥੇ ਫਗਵਾੜੇ ਲੱਗ ਗਿਆ, ਟੈਸਟ ਕਰਾਇਓ, ਠੀਕ ਹੈ। ਤੇ ਬਾਸੀ ਸਾਹਿਬ ਦੇ ਇਹਨਾਂ ਦਾ ਵਿਆਹ ਕਿਹੜੀ ਉਮਰ 'ਚ ਹੋਇਆ ਸੀਗਾ ਜੀ? ਆਈ ਥਿੰਕ ਯੂ ਵੇਸਟਿੰਗ ਟਾਈਮ ਰੋਹਿਤ, ਅਸੀਂ ਦੱਸ ਚੁੱਕੇ ਹਾਂ ਔਰ ਤੁਸੀਂ ਲੇਟ ਜੁੜੇ ਹੋ। ਇਹਨਾਂ ਦਾ ਵਿਆਹ ਜਿਹੜਾ ਹੈ 2 ਸਾਲ ਪਹਿਲਾਂ ਹੋਇਆ, 32 ਸਾਲ ਦੀ ਉਮਰ ਵਿੱਚ ਹੋਇਆ। ਮਿਹਰਬਾਨੀ। ਬਾਸੀ ਸਾਹਿਬ ਦੇਖੋ 2 ਕਲੈਨਾਂ ਨੇ, ਹੈਲੋ ਬਾਸੀ ਸਾਹਿਬ ਦੇਖੋ 2 ਕਲੈਨਾਂ ਨੇ, ਕਹਿੰਦੇ ਬੜਾ ਪਤੰਦਰ ਭੈੜਾ ਨਹੀਂ ਚੌਂਟੇ ਚੱਕੀ ਜਾਂਦਾ, ਮਾਲ ਪੂੜਿਆਂ ਵਾਂਗੂ ਨਹੀਂ ਰੰਨਾ ਡੱਕੀ ਜਾਂਦਾ। ਐਕਸਕਿਊਜ਼ ਮੀ ਪਲੀਜ਼, ਮੈਂ ਇਸ ਕਾਲਰ ਨੂੰ ਬੇਨਤੀ ਕਰਾਂਗਾ ਕਿ ਆਈ ਐਮ ਗੋਇੰਗ ਟੂ ਬੀ ਡਿਲੀਟ ਦਿਸ ਕਾਲ ਇਨ ਦ ਫਿਊਚਰ, ਕਿਉਂਕਿ ਮੈਂ ਮਰਿਆਦਾ ਦੇ ਮੁਤਾਬਕ ਰੋਹਿਤ ਤੁਸੀਂ ਫੋਲੋ ਨਹੀਂ ਕਰਦੇ ਰੂਲ ਨੂੰ, ਮੈਂ ਤੁਹਾਨੂੰ ਆਗਿਆ ਦੇਵਾਂਗਾ ਨੈਕਸਟ ਟਾਈਮ ਕਾਲ ਲਈ। ਆਮ ਸੌਰੀ। ਨਵਦੀਪ ਜੀ ਲਾਈਨ ਤੇ। ਹਾਂਜੀ ਬਾਈ ਜੀ, ਬਾਪੂ ਜੀ ਨਾਲ ਲੱਗਦਾ ਬਈ ਜਿਵੇਂ ਡਬਲ ਠੱਗੀ ਵੱਜ ਗਈ। ਬਾਪੂ ਜੀ ਕਹਿੰਦੇ 2 ਸਾਲ ਦੀ ਇਹਨਾਂ ਨੇ ਜਿਵੇਂ ਬਈ ਬੁਕਿੰਗ 80,000 ਦੀ, 2 ਸਾਲ ਦੀ ਕਿ 1 ਸਾਲ ਦੀ ਹੈ ਜੀ ਬੁਕਿੰਗ? 2 ਸਾਲ ਦੀ। ਬਾਪੂ ਜੀ ਜਿਵੇਂ ਤੁਸੀਂ ਕੰਮ ਕਰਦੇ ਸੀਗੇ ਤੇ ਤੁਹਾਡੀ ਤਾਂ 1,60,70,000 ਦੀ ਬੁਕਿੰਗ ਹੋਣੀ ਚਾਹੀਦੀ ਸੀ। ਲੱਗਦਾ ਤੁਹਾਡੇ ਓਨਰ ਨੇ ਵੀ ਤੁਹਾਡੇ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ 36 ਘੰਟੇ ਨਹੀਂ ਓਨਰ ਬਹੁਤ ਚੰਗਾ ਸੀਗਾ, ਇਹ ਨਹੀਂ ਕੋਈ ਗੱਲ ਮੈਂ ਓਨਰ ਦੀ ਨਹੀਂ ਕੋਈ ਕਹਿ ਸਕਦਾ। ਓਨਰ ਨੇ ਮੈਨੂੰ ਬਾਪੂ ਜੀ ਮੇਰੀ ਗੱਲ ਸੁਣੋ, ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰਦੇ ਸੀਗੇ ਰਹਿੰਦਾ ਉਹ ਪੈਸਾ ਇੱਕ ਨਹੀਂ ਰੱਖਦਾ ਸੀ ਕਿਸੇ ਦਾ। ਬਾਪੂ ਜੀ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰਦੇ ਸੀਗੇ ਤੇ ਉਸ ਹਿਸਾਬ ਨਾਲ ਤੁਹਾਡੀ ਇਨਕਮ ਵੱਧ ਨਹੀਂ ਹੋਣੀ ਚਾਹੀਦੀ? ਸਾਡੇ ਵੀ ਅਮਰੀਕਾ 'ਚ ਮੁੰਡੇ ਦੋਸਤ ਕੰਮ ਕਰਦੇ ਆ, ਉਹ ਤਾਂ 90,000 ਇੰਨਾ ਕੰਮ ਕਰਕੇ ਘੱਟ ਹੋਏ ਹੋਣ, ਜਿਹੜੀ ਮੇਰੀ 80,000 ਦੀ ਬੁਕਿੰਗ ਹੋਈ ਵੀ ਆ ਜੀ। ਮਿਹਰਬਾਨੀ ਜੀ। ਵਾਲੇ ਆ ਜੀ ਬਾਪੂ ਜੀ। ਨੰਬਰ 4 ਕਾਲਰ ਪਲੀਜ਼। ਹੈਲੋ, ਪਬਲਿਕ ਓਪੀਨੀਅਨ ਲੈ ਰਹੇ ਹਾਂ, ਪਬਲਿਕ ਓਪੀਨੀਅਨ ਵਿੱਚ ਪਲੀਜ਼ ਮੇਕ ਸ਼ੋਰ ਕਿ ਪ੍ਰੋਪਰ ਸਾਥ ਦਿਓ। ਹੈਲੋ ਜੀ ਬੋਲੋ, ਤੁਸੀਂ ਲਾਈਨ ਤੇ ਸਰ। ਹਾਂਜੀ ਆਪਣਾ ਅੰਕਲ ਜੀ ਨੂੰ ਪੁੱਛਣਾ ਚਾਹੁੰਦਾ ਸੀ ਵੀ ਹੁਣ ਸ਼ੋਅ 'ਚ ਆ ਕੇ ਕੀ ਚਾਹੁੰਦੇ ਆ ਇਹ, ਵੀ ਕੁੜੀ ਵਾਪਸ ਆ ਜਾਵੇ ਕਿ ਪੈਸਾ ਵਾਪਸ ਆ ਜਾਵੇ ਇਹਨਾਂ ਕੋਲ? ਮੇਰਾ ਤਾਂ ਪੈਸਾ ਵਾਪਸ ਆ ਜਾਏ, ਕੁੜੀ ਕੜੀ ਨੂੰ ਤਾਂ ਉਹ ਤਾਂ ਜਗਤ ਮਾਤਾ ਬਣੀ ਹੋਈ ਆ, ਹੁਣ ਮੈਂ ਥੋੜਾ ਰੱਖੂੰਗਾ। ਹੁਣ ਤੁਸੀਂ ਆਪ ਹੀ ਸੋਚ ਲਓ ਵੀ ਉਹ ਇੱਕ ਬੰਦੇ ਨਾਲ ਉੱਤੇ ਰਹਿੰਦੀ ਜਿਹੜਾ ਮੇਰਾ ਦੁਸ਼ਮਣ ਸੀਗਾ, ਤੇ ਉਹਨੂੰ ਮੈਂ ਹੁਣ ਵਾਪਸ ਘਰੇ ਵਾੜੂੰਗਾ। ਅੰਕਲ ਇਹ ਗੱਲਾਂ ਤਾਂ ਤੁਹਾਨੂੰ ਵਿਆਹ ਤੇ ਪਹਿਲਾਂ ਸੋਚਣੀਆਂ ਚਾਹੀਦੀਆਂ ਸੀ। ਕਿਤਾ ਤੁਹਾਡੀ ਉਮਰ 72 ਸਾਲ ਹੋ ਗਈ, ਤੁਸੀਂ ਕਿਹੜੇ ਚੱਕਰਾਂ 'ਚ ਪਏ ਵੀ ਆ? ਵੱਡੇ ਦੂਜਾ ਛੋਟੇ ਵੀਰ, ਮੈਂ ਤੈਨੂੰ ਚੱਲ ਵੀਰ ਹੀ ਕਹਿ ਦਿੰਦਾ, ਉਦੋਂ ਮੈਂ ਇੱਕ ਬਹੁਤ ਲੋਕਾਂ ਦੀ ਮਦਦ ਕੀਤੀ। ਮੈਂ ਕਿਹਾ ਚੱਲ ਇਹ ਵਿਚਾਰੀ ਗਰੀਬੜੀ ਹੈਗੀ ਆ, ਦੂਜਾ ਦੁਖੀ ਆ, ਜਿਹਨੂੰ ਸਕੀ ਮਾਸੀ ਦੀ ਕੁੜੀ ਨੇ 3 ਦਿਨ ਰੱਖ ਕੇ ਘਰੋਂ ਕੱਢਤਾ, ਤੇ ਜਿਹਦੇ ਕੋਲੇ ਗਈ ਉਹਨੇ 2 ਦਿਨ ਰੱਖ ਕੇ ਘਰੋਂ ਕੱਢਤਾ। ਤੇ ਮੈਂ ਕਿਹਾ ਵੀ ਇੱਕ ਪਤਾ ਨਹੀਂ ਕਿੱਡੀ ਕੁ ਦੁਖੀ ਉਹ ਇੱਥੇ ਹੋਣਾ, ਕਿ ਉਹ ਇੱਕ ਬੰਦੇ ਦਾ ਵਿਆਹ ਹੋਇਆ, ਉਹ ਇਸ ਵੇਲੇ ਰਹਿੰਦਾ ਅਮਰੀਕਾ ਦੇ ਵਿੱਚ, ਉਹਦੀ ਆਪ ਦੀ ਉਮਰ 75 ਸਾਲ ਆ, ਕੁੜੀ ਦੀ ਉਮਰ 22 ਸਾਲ ਆ, ਤੇ ਉਹਦੇ ਨਾਲ ਰਹਿ ਰਹੀ ਆ। ਮੈਂ ਤੁਹਾਨੂੰ ਦੱਸਾਂ ਚੱਕਰ ਉਹਦਾ ਵੀ ਆਹੀ ਚੱਲਣਾ, ਅੱਜ ਨਹੀਂ ਤਾਂ ਕੱਲ ਨੂੰ ਉਹਦੇ ਵੀ ਆਹੀ ਸਿਆਪਾ ਛੱਡਣਾ ਜਿਹੜਾ ਤੇਰੇ ਗੱਲ ਹੋਇਆ। ਓਕੇ ਬਾਕੀ ਭਾਈ ਇਹੀ ਕਹਿੰਦੇ ਤੁਹਾਨੂੰ ਤੁਸੀਂ ਉਮਰ ਦੇਖ ਕੇ ਵਿਆਹ ਕਰਾਉਣਾ ਸੀ। 15 ਸਾਲ ਹੋ ਗਏ ਉਹਨੂੰ ਵੇਂਦੇ ਨੂੰ, ਉਹ ਕਹਿੰਦੇ ਜਿੰਨਾ ਚਿਰ ਜਿਉਂਦਾ ਮੈਂ ਇਹਦੀ ਸੇਵਾ ਕਰੂੰਗੀ, ਇਹਨੇ ਸਾਡੇ ਘਰ ਦੀ ਗਰੀਬੀ ਕੱਢੀ, ਮੈਂ ਵੀ ਇਹਨਾਂ ਦੇ ਘਰ ਦੀ ਗਰੀਬੀ ਕੱਢਤੀ ਸੀ। ਉਹਨੇ ਤਾਂ ਵਿਆਹ ਹੀ ਤੁਹਾਡੇ ਨਾਲ ਪੱਕਾ ਹੋਣ ਨੂੰ ਕਰਾਇਆ ਸੀ, ਉਹਨੇ ਦੇਖ ਲਿਆ ਵੀ ਵਿਆਹ ਕਰਾ ਲਓ, ਪੈਸਾ ਪੂਸਾ ਹੈਗਾ ਚੰਗਾ, ਹੋਰ ਤਾਂ ਕੁਝ ਨਹੀਂ ਸੀ। ਹੋਰ ਕੀ ਦੇਖ ਲਿਆ ਉਹਨੇ? ਇਸੇ ਗੱਲ ਨੂੰ ਕਰਾਇਆ ਸੀ, ਇਸੇ ਗੱਲ ਨੂੰ ਕਰਾਇਆ ਸੀ ਪੱਕਾ ਹੋਣ ਨੂੰ। ਇਹ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਤਾਂ ਨਾ, ਹੁਣ ਤੁਸੀਂ ਕਹਿੰਦੇ ਆ ਹੋ ਗਿਆ ਉਹ ਹੋ ਗਿਆ। ਚਲੋ ਠੀਕ ਹੈ। ਅਗਲੇ 5 ਕਾਲਰ ਪਲੀਜ਼। ਹੈਲੋ, ਨੰਬਰ 5 ਕਾਲਰ ਪਲੀਜ਼। ਬਸੀ ਸਹੀ ਹੈ, ਕਿਉਂਕਿ ਲੋਨ ਤੇ ਚੰਦ ਗੱਲ ਦੇ ਮੈਨੂੰ ਆ ਰਹੇ ਨਾ ਕਿਸੇ ਦੇ ਉੱਪਰ ਪਾ ਕੇ, ਹੋਰ ਕੋਈ ਚੱਕਰ ਨਹੀਂ। ਹਾਂਜੀ ਮਿਹਰਬਾਨੀ ਜੀ। ਟਰੱਕ ਸਿੱਖਣ ਦੇ ਵਾਸਤੇ ਪਹਿਲਸ ਟਰੱਕ ਡਰਾਈਵਿੰਗ ਸਕੂਲ ਦਾ ਸਾਡਾ ਪ੍ਰੋਗਰਾਮ ਸਪਾਂਸਰ ਹੈ। ਟਰੱਕ ਸਿੱਖਣ ਲਈ ਤੁਸੀਂ ਕਾਲ ਕਰ ਲਓ, ਨੰਬਰ ਹੈ 477-79 ਫੋਨ ਕਰ ਸਕਦੇ ਹੋ। ਭਾਈ ਗਾਣੇ ਲਾਓ, ਬਾਬਾ ਬੇ ਕਲਮ ਰੋਡ ਨੀ ਨਿੱਕੀ ਲਾਰੇ ਜੋਰ ਕੀ ਹੋ ਰਿਹਾ ਹੈ? ਪਲੀਜ਼ ਡੋਂਟ ਡੂ ਦੈਟ ਪਲੀਜ਼, ਕਮ ਔਨ ਬੇਬੀ। ਅਗਲੀ ਕਾਲ ਪਲੀਜ਼। ਹੈਲੋ, ਹਾਂਜੀ ਬਾਸੀ ਜੀ, ਆਪਣੇ ਇੱਕ ਮੈਨੂੰ ਗੱਲ ਨਹੀਂ ਸਮਝ ਲੱਗਦੀ, ਜਿਹੜਾ ਕਿਹੜਾ ਆਉਂਦਾ ਜੀ ਟਰੱਕਾਂ ਵਾਲਿਆਂ ਬਾਰੇ ਗੱਲ ਕਰਨ ਲੱਗ ਪੈਂਦੀ। ਜਿੱਦਾਂ ਹੁਣ ਇਹਨਾਂ ਨੂੰ ਦੱਸਦੇ ਆ ਜੀ ਮੈਂ 36 ਘੰਟੇ ਟਰੱਕ ਚਲਾਇਆ, ਅਸੀਂ ਵੀ ਅਮਰੀਕਾ ਨੂੰ ਜਾਂਦੇ ਆ ਕੈਨੇਡਾ ਤੋਂ, ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਹੈਗਾ ਵੀ ਤੁਸੀਂ ਲਗਾਤਾਰ ਟਰੱਕ ਚਲਾਈ ਜਾਵੋ, ਇੰਨੀਆਂ ਚੀਜ਼ਾਂ ਦੀ ਤਾਂ ਕੋਈ ਲੋੜ ਨਹੀਂ ਸੀਗੀ ਕਿ ਜਿਹੜਾ ਤੁਸੀਂ ਲੌਗ ਬੁੱਕ ਤੋਂ ਬਗੈਰ ਚਲਾਵੋ। ਦੂਜੀ ਗੱਲ, ਜਦੋਂ ਇਹਨਾਂ ਨੂੰ ਪਹਿਲਾਂ ਜਦੋਂ 2 ਮਹੀਨੇ ਉਹ ਲੇਡੀ ਇਹਨਾਂ ਦੇ ਨਾਲ ਰਹੀ ਆ, ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ? ਬੰਦੇ ਨੂੰ ਤਾਂ 2 ਮਹੀਨਿਆਂ 'ਚ ਪਤਾ ਲੱਗ ਹੀ ਜਾਂਦਾ ਹੈ ਕਿ ਬੰਦਾ ਇਹ ਕਿੱਦਾਂ ਤੇ ਕਿਹੜੀ ਮਤਲਬ ਕਿ ਦਿਮਾਗ ਦਾ ਮਾਲਕ ਆ, ਹਨਾ। ਤੇ ਦੂਜਾ ਜਿੱਦਾਂ ਹੁਣ ਮਤਲਬ ਕਿ ਇਹ ਕਹਿੰਦੇ ਆ ਜੀ ਸਾਨੂੰ ਜੀ ਪੈਸਾ ਮਿਲ ਜਾਵੇ, ਜਿੱਦਣ ਇਹਨਾਂ ਦੇ ਕੋਲ ਪੈਸਾ ਆਇਆ ਸੀਗਾ, ਇੰਨੀ ਇਹਨਾਂ ਦੀ ਉਮਰ ਹੋ ਗਈ ਸੀਗੀ, ਇਹਦਾ ਤਾਂ ਮਤਲਬ ਇਹ ਹੈ ਨਾ ਕਿ ਕਹਿੰਦੇ ਹੁੰਦੇ ਬਜ਼ੁਰਗਾਂ ਦੇ ਕੋਲ ਬੈਠੋ। ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ 72 ਸਾਲਾਂ ਦੇ ਵਿੱਚ ਵੀ ਆਹ ਇੰਨੀ ਦੇਰ ਹੋ ਗਈ ਬੰਦੇ ਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦਿਆਂ ਨੂੰ, ਤੇ ਇਹ ਕਿੱਦਾਂ ਇਹਦੇ ਮਤਲਬ ਕਿ ਮੇਰਾ ਪੈਸਾ ਅਕਾਊਂਟ ਨਹੀਂ ਸਾਂਝਾ ਕਰਨਾ, ਕਿੰਨੇ ਵਿੱਚ ਰੱਖੀਏ ਕਿੰਨੇ ਨਾਲ ਵਿੱਚ ਰੱਖੀਏ ਡਾਲਰ, ਹਨਾ। ਤੇ ਦੂਜਾ ਜਿਹੜਾ ਹੈਗਾ ਜੀ, ਇਹ ਟਰੱਕਾਂ ਵਾਲਿਆਂ ਦੇ ਨਾਲ ਹੀ ਉਹ ਗੱਲ ਕਰਕੇ ਜਿੱਦਾਂ ਵੀ ਸਾਰਿਆਂ ਨੂੰ ਬਦਨਾਮੀ ਕਰਨ ਵਾਲੀ ਗੱਲ, ਨਾਲੇ ਦੱਸੀ ਜਾਂਦੇ ਜੀ ਅਸੀਂ ਜੀ ਖਾਨਦਾਨੀ ਬਹੁਤ ਤਕੜੇ ਆ, ਬਹੁਤ ਆ, ਹਨਾ।
ਤੇ ਉਹ ਮੈਨੂੰ ਤਾਂ ਗੱਲਾਂ ਇਹਨਾਂ ਦੀਆਂ ਸਮਝ ਨਹੀਂ ਲੱਗਦੀਆਂ ਹੈਗੀਆਂ ਵੀ ਕਿਹੜੇ ਚੱਕਰਾਂ 'ਚ ਪੈ ਗਏ ਸੀਗੇ 72 ਸਾਲ ਦੀ ਏਜ ਦੇ ਵਿੱਚ। ਥੈਂਕ ਯੂ ਸੋ ਮਚ। ਨੰਬਰ 3 ਕਾਲਰ ਪਲੀਜ਼। ਹੈਲੋ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਬੋਲੋ ਜੀ। ਬਾਸੀ ਸਾਹਿਬ ਗੱਲ ਹੈਗੀ ਏਦਾਂ ਵੀ ਆ ਬਾਈ ਦੀ ਤਾਂ ਘਰ ਵਾਲੀ ਇਹਦੇ ਪੈਸੇ ਲੈ ਕੇ ਭੱਜ ਗਈ, ਮੇਰੇ ਵਾਲੀ ਕਹਿੰਦੀ ਰੋਟੀ ਨਹੀਂ ਦੇਣੀ ਜੀ। ਹੁਣ ਉਹਦਾ ਕਾਰਨ ਤੁਸੀਂ ਹੈ ਜੀ, ਕਰੋ ਮਸਲਾ ਹੱਲ। ਆਈ ਡੋਂਟ ਨੋ। ਹਾਂਜੀ ਆਈ ਡੋਂਟ ਨੋ ਕਿੱਥੇ ਜੀ, ਅਸੀਂ ਤਾਂ ਤੁਹਾਡਾ ਸ਼ੋਅ ਸੁਣਦੇ ਜੀ ਹਰ ਟਾਈਮ। ਉਹਦਾ ਫੋਨ ਆਇਆ ਸੀ ਹੁਣੇ, ਘਰ ਵਾਲੀ ਦਾ ਕੰਮ ਸੀ ਕੋਈ, ਕਹਿੰਦੀ ਹੈਲੋ। ਮੈਂ ਕਿਹਾ ਵੀ ਮੈਂ ਬਾਅਦ ਚ ਕਰਦਾ, ਮੈਂ ਬਾਸੀ ਸੁਣਦਾ। ਮੂਹਰੇ ਉਹ ਕਹਿੰਦੀ ਇੱਕ ਮਰ ਜੇ ਬਾਸੀ, ਕਹਿੰਦੀ ਇੱਕ ਇਹਨੇ ਖਾ ਲਿਆ। ਮੈਂ ਕਿਹਾ ਐਕਸਕਿਊਜ਼ ਮੀ, ਮੈਂ ਕਿਹਾ ਮੈਂ ਤੁਹਾਡੀ ਕਾਲ ਡ੍ਰੌਪ ਕਰ ਦੇਣੀ ਹੈ ਜੇ ਤੁਸੀਂ ਗਲਤ ਲਫ਼ਜ਼ ਨਹੀਂ ਯੂਜ਼ ਕਰਨੇ। ਕਹਿੰਦੀ ਰੋਟੀ ਵੀ ਸ਼ਾਮ ਨੂੰ ਬਾਸੀ ਕੋਲੇ ਖਾ ਲਈ। ਹੁਣ ਦੱਸੋ ਜੀ, ਤੁਸੀਂ ਆਓਗੇ ਦੇਣ ਕਿ ਮੈਂ ਆਵਾਂ? ਆਈ ਡੋਂਟ ਨੋ। ਲੋਕ ਤਾਂ ਕਈ ਮੇਰੇ ਪੇਸ਼ ਪਏ ਹੋਏ ਨੇ, ਮੇਰੇ ਹੱਥ ਹੋ ਕੇ ਪੇਸ਼ ਪੈ ਗਏ ਨੇ। ਔਰ ਕੋਈ ਸ਼ੋਅ ਇੰਨਾ ਪਪੂਲਰ ਹੋ ਗਿਆ ਆ, ਹਰ ਰੋਜ਼ ਨਵੀਆਂ ਐਡਾਂ ਆਉਂਦੀਆਂ ਆ। ਔਰ ਇਹ ਪਪੂਲਰਿਟੀ ਦੇ ਕਾਰਨ ਕਈਆਂ ਨੂੰ ਚੁੱਭਦਾ ਹੈ, ਕਈਆਂ ਨੂੰ ਤਕਲੀਫ ਹੈ, ਔਰ ਕਈਆਂ ਨੂੰ ਡਾਈਜੈਸਟ ਨਹੀਂ ਹੁੰਦਾ। ਕਿਉਂਕਿ ਜਿਹੜਾ ਮੇਰਾ ਸ਼ੋਅ ਆ, ਮੇਰਾ ਸਟਾਈਲ ਹੈ, ਕਮਨ ਬੇਬੀ ਦਾ ਇਹ ਚੋਰੀ ਕਰਦੇ ਨੇ। ਦੂਜੀ ਗੱਲ, ਲੋਕ ਵੱਡੀ ਗੱਲ ਸਾਰੀ ਗੱਲ ਛੱਡੋ, ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ, ਟਰਸਟ ਕਰਦੇ ਨੇ। ਤੇ ਟਰਸਟ ਕਰਦੇ ਕਰਕੇ 1 ਕਰੋੜ, ਜੇ ਮੈਂ ਚਾਹਾਂ ਕਿ ਮੈਂ 50 ਕਰੋੜ ਵੀ ਇਕੱਠਾ ਕਰ ਸਕਦਾ ਆਪਣੇ ਹਿੰਦੁਸਤਾਨ ਭਾਰਤੀ ਲੋਕਾਂ ਲਈ ਤੇ ਭਾਰਤ ਦੀ ਫੌਜ ਦੇ ਵਾਸਤੇ ਯੋਗਦਾਨ ਪਾਉਣ ਲਈ, ਕੋਈ ਸ਼ਹੀਦ ਹੋ ਜਾਵੇ, ਇੰਨੀ ਮੇਰੇ 'ਚ ਸਮਰੱਥਾ ਆ। ਔਰ ਜਿਹੜਾ ਇੱਕ ਐਸਾ ਵਿਅਕਤੀ ਹੈ ਜਿਹੜਾ ਕਿ ਇਹੋ ਜਿਹੀਆਂ ਫਜ਼ੂਲ ਗੱਲਾਂ ਕਰਦਾ, ਜਿਹੜਾ ਜੇਲ੍ਹ ਗਿਆ ਹੋਇਆ ਆ, ਉਹਨੂੰ ਕੋਈ ਪੁੱਛਦਾ ਨਹੀਂ ਆ, ਉਹ ਡਾਲਰ ਨਹੀਂ ਇਕੱਠਾ ਕਰ ਸਕਦਾ। ਲੋਕ ਉਸ ਵਿਅਕਤੀ ਟਰਸਟ ਕਰਦੇ ਨੇ, ਵਿਸ਼ਵਾਸ ਕਰਦੇ ਨੇ। ਲਾਈਨਾਂ ਵਿਜਾਮ ਨੇ ਜਿਹੜਾ ਵਿਅਕਤੀ को ਸਵਾਲ ਜੇ ਕੀਤਾ ਹੈ ਫਿਜ਼ੀਕਲੀ। ਔਰ ਆਈ ਡਿਡ ਮਾਈ ਬੈਸਟ। ਸੋ ਮੈਂ ਚਾਹੂੰਗਾ ਕਿ ਕਮਿਊਨਿਟੀ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਆਓ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਅਤੇ ਮਿਹਨਤ ਕਰੀਏ। ਮਿਹਨਤ ਦੀ ਬਰਕਤ ਹੈ, ਮਿਹਨਤ ਵਿੱਚ ਸਭ ਕੁਝ ਹੈ। ਮਿਹਨਤ ਕਰੋਗੇ ਤੁਹਾਨੂੰ ਲੋਕ ਟਰਸਟ ਕਰਨਗੇ, ਮਿਹਨਤ ਕਰੋਗੇ ਤੁਹਾਡੇ ਹਰ ਸਰਕਾਰੀ ਦਰਬਾਰੇ ਤੁਹਾਨੂੰ ਸਲੂਟ ਵੱਜਣਗੇ। ਜੇ ਅਸੀਂ ਮਿਹਨਤ ਨਹੀਂ ਕਰੋਗੇ ਤੁਸੀਂ ਵੀ ਜੇਲ੍ਹ ਜਾਓਗੇ। ਜਿਹੜੇ ਜਾਲ ਚੁੱਕਾ ਵਿਅਕਤੀ, ਇੱਕ ਤੋਂ ਵੱਧ ਜਿਹੜੇ ਹੇਰਾਫੇਰੀ ਕਰਦੇ ਨੇ। ਇੱਥੇ ਅਖਬਾਰਾਂ ਵੀ ਬੋਲਦੀਆਂ ਨੇ, ਗੂਗਲ ਵੀ ਬੋਲਦਾ ਆ, ਉਹਨੂੰ ਨਹੀਂ ਚੁੱਪ ਕਰਾ ਸਕਦੇ। ਮੈਨੂੰ ਤਾਂ ਕਰਾਉਣ ਦੀ ਕੋਸ਼ਿਸ਼ ਕਰ ਹੀ ਨਹੀਂ ਸਕਦੇ, ਕਿਉਂਕਿ ਮੈਂ ਤਾਂ ਇੱਕ ਸੇਵਾਦਾਰ ਹੈ ਕਮਿਊਨਿਟੀ ਦਾ। ਆਈ ਐਮ ਵੈਰੀ ਸਟ੍ਰੇਟ ਫਾਰਵਰਡ। ਕੱਲ ਵੀ ਫੋਨ ਆਇਆ ਇੱਕ ਬਾਸੀ ਜੀ ਅਸੀਂ ਪੈਸੇ ਨੇ ਕਿ ਨਹੀਂ, ਅਸੀਂ ਹੁਣ ਦੱਸੀਏ ਪਰਿਵਾਰਾਂ ਨੂੰ ਕਿ ਹੁਣ ਅਸੀਂ ਪੈਸਾ ਕੋਈ ਵੀ ਇਕੱਠਾ ਨਹੀਂ ਕਰ ਸਕਦੇ। ਕਰੋੜ ਰੁਪਈਆ ਤੁਹਾਡਾ ਬੈਂਕ ਦੇ ਵਿੱਚ ਆ, ਉਹ ਹਾਲੇ ਕਿਸੇ ਨੂੰ ਨਹੀਂ ਗਿਆ। ਤੁਸੀਂ ਸਾਨੂੰ ਇਸ ਵੀਕਐਂਡ ਤੇ ਭੇਜ ਦਿਓ ਇਨਫੋਰਮੇਸ਼ਨ ਜੇ ਤੁਹਾਡੇ ਕੋਲ ਹੈ, ਤੁਹਾਡੇ ਪਰਿਵਾਰ ਦੇ ਮੈਂਬਰ ਕੋਲ ਇੰਡੀਆ ਦੇ ਕੋਲ ਹੈ, ਤੁਹਾਡੇ ਪਿੰਡ ਗੁਆਂਢ ਜ਼ਿਲ੍ਹੇ ਦੇ ਵਿੱਚ ਹੈ, ਤਾਂ ਕਿ ਇਹ ਤੁਹਾਡਾ ਪੈਸਾ ਉਹਨਾਂ ਨੂੰ ਡਰਾਫਟ ਸਰਕਾਰੀ ਮਸ਼ੀਨਰੀ ਨੂੰ ਯੂਜ਼ ਕਰਕੇ, ਸੈਂਸ ਕੇ ਗਵਰਨਮੈਂਟ ਦੇ ਸਿਸਟਮ ਯੂਜ਼ ਕਰਕੇ ਉਹਨਾਂ ਨੂੰ ਆਪਾਂ ਦੇ ਸਕੀਏ ਸਰਕਾਰ ਰਾਹੀਂ। ਇਹ ਸਾਡਾ ਸਿਸਟਮ ਹੈ। ਸੋ ਮੈਂ ਚਾਹੂੰਗਾ ਕਿ ਇਹ 26 ਜਨਵਰੀ ਤੋਂ ਬਾਅਦ ਇਹ ਸਾਰਾ ਕੁਝ ਐਕਸ਼ਨ ਹੋਣਾ। ਔਰ ਹਾਲੇ 26 ਜਨਵਰੀ ਤੋਂ ਪਹਿਲਾਂ ਕੋਈ ਵੀ ਡਰਾਫਟ ਕਿਸੇ ਕਿਸਮ ਦੀ ਵੀ ਟ੍ਰਾਂਜੈਕਸ਼ਨ ਬਾਈ ਗਵਰਨਮੈਂਟ ਨੂੰ ਨਹੀਂ ਕਰ ਸਕਦੇ। ਆਫਟਰ 26 ਅਸੀਂ ਸਭ ਕੁਝ ਕਰਨਾ ਆ ਔਰ ਸਟਾਰਟ ਬਾਈ ਦੀ ਫੈਬਰੀ। ਹਾਂਜੀ ਨੰਬਰ 3 ਕਾਲਰ ਪਲੀਜ਼। ਹੈਲੋ ਬਾਸੀ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਜੀ ਗੋ ਹੈਡ ਪ੍ਰੋਸੀਡ ਕਰੋ ਪਲੀਜ਼, ਸਪੀਕ ਯਰ ਮਾਈਂਡ ਡੀਅਰ। ਉਹ ਬਾਸੀ ਸਾਹਿਬ ਜੀ, ਤੁਸੀਂ ਬਾਬੇ ਦੀ ਜ਼ਰੂਰ ਹੈਲਪ ਕਰੋ ਜੀ। ਬਰਾੜ ਸਾਹਿਬ ਮੈਂ ਹੈਲਪ ਨਹੀਂ ਕਰ ਸਕਦਾ, ਹੈਲਪ ਤੁਸੀਂ ਕਰ ਸਕਦੇ, ਤੁਹਾਡੇ ਵਿਚਾਰ ਕਰ ਸਕਦੇ ਨੇ। ਇਹ ਹੁਣ ਡਿਸਟਰਬ ਨੇ। ਇੱਕ ਤਾਂ 72 ਸਾਲ ਦੀ ਉਮਰ ਹੋ ਗਈ ਆ, ਇੱਕ ਪੈਸੇ ਚਲੇ ਗਏ ਆ, ਤੇ ਇੱਕ ਇਹਨਾਂ ਦੀ ਵਾਈਫ ਚਲੇ ਗਈ ਆ। ਨਹੀਂ ਜੀ ਹੈ ਔਖਾ ਜੀ ਇਹ ਉਮਰ ਚ। ਹੁਣ ਤੁਹਾਨੂੰ ਵੀ ਪਤਾ ਜਦੋਂ ਬੰਦੇ ਦੀ ਇੰਨੀ ਉਮਰ ਬੰਦਾ ਇੰਨੀ ਉਮਰ ਚ ਜਾ ਵੜਦਾ ਜੀ। ਮਿਹਰਬਾਨੀ ਜੀ। ਨੰਬਰ 4 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੋ ਹੋ ਗਿਆ ਹੁਣ ਚਲੋ ਟਾਈਮ ਤਾਂ ਲੰਘ ਗਿਆ। ਜੇ ਇਹਨਾਂ ਨੂੰ ਸ਼ੱਕ ਆ ਵੀ ਮੈਨੂੰ ਏਡਸ ਦੀ ਪ੍ਰੋਬਲਮ ਆ, ਇਹਦਾ ਆਪਣਾ ਪ੍ਰੋਪਰ ਜੀ ਇਲਾਜ ਕਰਵਾਉਣ, ਉਹਦੀ ਰਹਿੰਦੀ ਹੁੰਦੀ ਜਿਹੜੀ ਮੈਡੀਕੇਸ਼ਨ ਉਹ ਲੈਣ। ਲੋਕੀ ਤਾਂ ਜੀ ਐਵੇਂ ਬਸ ਮਜ਼ੇ ਲੈਂਦੇ ਨੇ। ਬਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ। ਅੱਛਾ ਤੁਸੀਂ ਤੂਰ ਸਾਹਿਬ ਜਿਹੜੀ ਤੁਹਾਨੂੰ ਤੁਸੀਂ ਦੱਸਦੇ ਹੋ ਕਿ ਤੁਹਾਨੂੰ ਲੱਗਦਾ ਹੈ ਇੰਟੂਇਸ਼ਨ ਤੁਹਾਡਾ ਭਾਰ ਘਟ ਰਿਹਾ ਡੇ ਬਾਈ ਡੇ? ਹਾਂਜੀ ਭਾਰ ਮੇਰਾ ਜਾਨੀ ਮੈਂ 2-3 ਮਹੀਨੇ ਜਾਣਾ ਹੁੰਦਾ, ਉਦੋਂ ਮੇਰਾ 5-6 ਪੌਂਡ ਘਟਿਆ ਹੁੰਦਾ। ਇਹਦਾ ਮਤਲਬ ਕਿ ਸਿੰਪਟਮ ਨੇ, ਲੋਕ ਕਹਿੰਦੇ ਨੇ ਕਿ ਜਿਹੜੀ ਏਡਸ ਦੀ ਇੱਕ ਐਸੀ ਬਿਮਾਰੀ ਆ ਔਰ ਇਹਦੇ ਨਾਲ ਭਾਰ ਘਟਦਾ ਇਨਸਾਨ ਦਾ। ਸੋ ਤੁਸੀਂ ਯੂ ਜਸਟ ਵਾਚ ਕਿ ਆਪਣੀ ਸਿਹਤ ਦਾ ਪਹਿਲਾਂ ਖਿਆਲ ਰੱਖੋ। ਪੈਸੇ ਆਉਣ ਜਾਂਦੇ ਆ, ਪੈਨਸ਼ਨ ਤੁਹਾਨੂੰ ਲੱਗੀ ਹੋਈ ਆ, ਜੋ ਹੋਣਾ ਸੀ ਹੁਣ ਹੋ ਗਿਆ। ਇਹ ਹੁਣ ਤੁਸੀਂ ਮੈਂ ਤਾਂ ਕੰਮ ਹੀ ਨਹੀਂ ਕਰਦਾ ਸੀ, ਮੈਂ ਤਾਂ ਪੈਨਸ਼ਨ ਲੈਂਦਾ ਵਧੀਆ ਰਹਿੰਦਾ ਸੀ। ਆਈ ਨੋ ਬਟ ਅੱਛਾ ਇੱਕ ਗੱਲ ਤੂਰ ਸਾਹਿਬ, ਇੱਕ ਗੱਲ ਹੋਰ ਵੀ ਹੈ, ਸੁਣੋ ਗੱਲ। ਤੁਸੀਂ ਜਸਵਿੰਦਰ ਤੇ ਤੁਸੀਂ ਨਰਿੰਦਰ ਕੌਰ ਜਿਹੜੀ ਤੁਹਾਡੀ ਵਾਈਫ, ਹਾਲੇ ਵਾਈਫ ਹੈ ਤੁਹਾਡੀ, ਉੱਥੇ ਤੁਸੀਂ ਦੋਸ਼ ਲਾਏ ਆ। ਇਹ ਵਨ ਸਾਈਡਡ ਸਟੋਰੀ ਆ। ਕੱਲ ਨੂੰ ਮੈਂ ਨਰਿੰਦਰ ਕੌਰ ਨੂੰ ਲਾਈਨ ਤੇ ਲੈ ਕੇ ਆਉਣਾ ਆ ਕੱਲ ਦੇ ਪ੍ਰੋਗਰਾਮ ਵਿੱਚ, ਤਾਂ ਉਹ ਹਾਂਜੀ ਤੁਹਾਨੂੰ ਲੈ ਕੇ ਆਵਾਂਗੇ। ਫਿਰ ਅਸੀਂ ਪੁੱਛਾਂਗੇ ਕਿ ਕਸੂਰ ਕਿਹਦਾ ਆ। ਅਸਲ ਵਿੱਚ ਇਹ ਸਟੋਰੀ ਤੁਹਾਡੀ ਹਾਲੇ ਇੱਕ ਵਨ ਸਾਈਡਡ ਆ। ਔਰ ਨਰਿੰਦਰ ਕੌਰ ਮੇਰੇ ਸਿਰ ਦਾ ਤਾਜ ਨੇ, ਜਸਵਿੰਦਰ ਜੀ ਮੇਰੇ ਤਾਜ ਨੇ ਸਿਰ ਦਾ। ਇਹ ਉਹਨਾਂ ਨੇ ਕੀ ਕਹਿਣਾ ਤੁਹਾਡੇ ਬਾਰੇ ਮੈਨੂੰ ਨਹੀਂ ਪਤਾ ਕਿ ਤੁਹਾਡੇ ਬਾਰੇ ਉਹਨਾਂ ਨੇ ਕਿਹੜਾ ਕੁਛ ਆਪਣੀ ਬੁੱਕਲ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ। ਤਾਂ ਉਹਨਾਂ ਨੇ ਜਿਹੜਾ ਆ ਆਪਣੇ ਮਨ ਦੀ ਭੜਾਸ ਕੱਢਣੀ ਤੁਹਾਡੇ ਬਾਰੇ, ਪਤਾ ਨਹੀਂ ਕੀ ਕੁਛ ਕਹਿਣਾ ਉਹਨਾਂ ਨੇ। ਤੁਸੀਂ ਆਪਣੇ ਆਪ ਦੱਸੋ। ਜਸਵਿੰਦਰ ਨੇ ਤਾਂ ਇਹੀ ਕਹਿਣਾ ਇਹਨੂੰ ਕੁੱਟਦਾ ਸੀ, ਇਹਨੂੰ ਇਹ ਸੀ, ਇਹਨੂੰ ਉਹ ਸੀ।
ਤੇ ਮੈਂ 1 ਘੰਟਾ ਵੀ ਨਹੀਂ ਰਹਿੰਦਾ ਸੀਗਾ, ਮਤਲਬ ਇੱਕ ਦਿਨ ਮਸਾ ਆਉਂਦਾ ਹੀ ਰਾਤ ਨੂੰ, ਅਗਲੇ ਦਿਨ ਮੈਂ ਟਰੱਕ ਤੇ ਚਲਿਆ ਜਾਂਦਾ ਸੀ। ਤੁਹਾਡੀ ਕਿਹੜੀ ਐਸੀ ਕਮਜ਼ੋਰੀ ਹੈ ਕਿ ਤੁਹਾਡੀ ਵਾਈਫ ਨੂੰ ਕਿਸੇ ਦੇ ਨਾਲ ਹੋਰ ਸੰਪਰਕ ਵਿੱਚ ਜਾਣਾ ਪਿਆ? ਤੁਸੀਂ ਦੱਸੋ ਤੁਹਾਡੀ ਕਿਹੜੀ ਕਮਜ਼ੋਰੀ ਹੈ ਵਾਈਫ ਨੂੰ ਜਿਹੜੀ ਹੈ ਤੁਸੀਂ ਕੰਟਰੋਲ 'ਚ ਨਹੀਂ ਰੱਖ ਸਕੇ? ਤੁਸੀਂ ਆਪਣੇ ਆਪ ਦੱਸ ਦਿਓ, ਤੁਹਾਡੀ ਵਾਈਫ ਨੇ ਕਿਹੜੇ ਐਲੀਗੇਸ਼ਨ ਹੋਣਾ ਤੁਹਾਡੇ ਤੇ, ਦੱਸੋ ਪਹਿਲਾਂ। ਉਹਦੇ ਵਿੱਚ ਇਹ ਸੀ ਜੀ, ਉਹ ਸਿਰਫ ਮੈਂ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ 1.5 ਮਹੀਨਾ ਤੂੰ ਦੂਜਾ ਉਹਦਾ ਨਹੀਂ ਵੇਖ ਸਕਿਆ, 1.5 ਮਹੀਨਾ ਕਿ ਮੈਂ ਤਾਂ ਸਾਲ ਨਹੀਂ ਵੇਖ ਸਕਿਆ ਉਹਨੂੰ। ਉਹ ਸਾਲ ਬਾਅਦ ਚੰਗੀ ਰਹੀ, ਜਿੱਦਣ ਦੇ ਇਹਦੇ ਰਿਲੇਸ਼ਨ ਇਹਦੇ ਨਾਲ ਹੋ ਗਏ ਆ ਆਪਣੇ ਨਾਲ, ਜਾਂ ਇੱਥੇ ਜਿਹੜੇ ਬੰਦੇ ਆ ਉਹ ਮੈਨੂੰ ਹੁਣ ਦੱਸਣ ਲੱਗੇ, ਪਹਿਲਾਂ ਉਹ ਨਹੀਂ ਦੱਸਦੇ ਸੀ। ਅਗਲੇ ਕਹਿੰਦੇ ਸੀ ਵੀ ਜੇ ਇਹਨੂੰ ਦੱਸਿਆ ਤਾਂ ਸਾਡੇ ਗਲ ਪਊਗਾ, ਜਾਂ ਮੇਰੀ ਵਾਈਫ ਤੇ ਐਵੇਂ ਵੀ ਟੂਮਤਾਂ ਲਾਉਂਦੇ ਆ। ਤੁਹਾਨੂੰ ਪਤਾ ਵੀ ਆਪਾਂ ਇੱਜ਼ਤਦਾਰ ਬੰਦੇ ਆ, ਇੱਜ਼ਤ ਹੀ ਘਾਉਂਦੇ ਆ। ਮੈਨੂੰ ਲੋਕਾਂ ਨੇ ਹੁਣ ਨਹੀਂ ਦੱਸਿਆ, ਹੁਣ ਆਂਢ ਗੁਆਂਢ ਵੀ ਦੱਸਦਾ। ਇਧਰ ਉਹ ਜਿਹੜਾ ਬੰਦਾ, ਉਹ ਐਡਾ ਗੰਦਾ ਬੰਦਾ, ਮੇਰੀਆਂ ਟੇਪਾਂ ਕਰਦਾ, ਨੰਬਰ ਬਲੌਕ ਕਰਕੇ ਨਾ, ਜਿਵੇਂ ਕੋਈ ਟੇਪ ਕਰਦਾ। ਤੁਹਾਨੂੰ ਪਤਾ ਵੀ ਫੈਡਰਲ ਲਾ ਦੇ ਹਿਸਾਬ ਉਹ ਮੇਰੀ ਟੇਪ ਨਹੀਂ ਕਰ ਸਕਦਾ। ਮੈਂ ਸੋਚਦਾ ਵੀ ਉਹ ਜੱਜ ਨੂੰ ਦੇਵੇ ਤੇ ਫਿਰ ਮੈਂ ਉੱਥੇ ਇਹਨੂੰ ਪੁੱਛਾਂ ਵੀ ਤੂੰ ਕਿਵੇਂ ਮੇਰੀਆਂ ਟੇਪਾਂ ਕੀਤੀਆਂ ਵਿਦਆਊਟ ਮਾਈ ਪਰਮਿਸ਼ਨ। ਤੁਹਾਡੀ ਵਾਈਫ ਨੇ ਤੁਹਾਡੇ ਤੇ ਕੀ ਤੋਹਮਤ ਲਾਈ ਆ? ਉਹਨੇ ਲਾਈ ਆ ਜੀ ਮੈਨੂੰ ਚਪੇੜਾ ਨਾਲ ਕੁੱਟਿਆ। ਪੁਲਿਸ ਵਾਲਾ ਕਹਿੰਦਾ ਦਾਗ ਤੇ ਇੱਕ ਵੀ ਨਹੀਂ ਪਿਆ, ਔਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ ਵੀ ਮੈਂ ਤਾਂ ਉਹਨੂੰ ਹੱਥ ਵੀ ਨਹੀਂ ਲਾਇਆ। ਰੇਪ ਤਾਂ ਨਹੀਂ ਕੇਸ ਪਾਇਆ ਤੁਹਾਡੇ ਤੇ? ਰੇਪ ਕੀਤਾ ਹੈ ਜੀ? ਨਹੀਂ, ਰੇਪ ਰੂਪ ਦਾ ਕੇਸ ਨਹੀਂਗਾ, ਸਿਰਫ ਵੀ ਮੈਨੂੰ ਚਪੇੜਾ ਨਾਲ ਕੁੱਟਿਆ। ਤੁਸੀਂ ਕੁੱਟਿਆ ਸੀ? ਸੱਚ ਦੱਸੋ ਮੈਨੂੰ, ਟੈਲ ਮੀ ਟਰੂ। ਨਹੀਂ, ਉਹਨਾਂ ਨੇ ਮੈਨੂੰ ਧੱਕੇ ਮਾਰੇ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਲਈ ਆ ਵੀ ਮੈਂ ਤਾਂ ਕਦੇ ਉਹਨੂੰ ਫੁੱਲ ਦੀ ਵੀ ਨਹੀਂ ਲਾ ਕੇ ਵੇਖੀ ਸੀ। ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਨਹੀਂ ਖਾਈ ਦੀ, ਤੁਸੀਂ ਸਿਆਣੇ 72 ਸਾਲ ਦੀ ਉਮਰ ਦੇ ਹੋ। ਡੋਂਟ ਡੂ ਦੈਟ ਨੈਕਸਟ ਟਾਈਮ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਨਤਮਸਤਕ ਹੋ ਕੇ ਆਪਣੀ ਭੁੱਲਾਂ ਬਖਸ਼ਾਉਣੀਆਂ ਆ। ਇਹ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਮੇਰਾ ਹਾਰਟ ਦਾ ਬਾਈਪਾਸ ਹੋਇਆ ਪਿਆ। ਤੁਸੀਂ ਇਹ ਦੱਸੋ ਵੀ 72 ਸਾਲ ਦਾ ਬੰਦਾ 45 ਸਾਲ ਦੀ, ਉਹ ਪੁਲਿਸ ਵਾਲੇ ਨੇ ਵੀ ਕਿਹਾ, ਕਹਿੰਦਾ ਸੀਨੀਅਰ ਸਿਟੀਜ਼ਨ ਹੋਵੇ ਤੇ 45 ਸਾਲ ਦਾ ਬੰਦਾ ਹੋਵੇ। ਔਰ ਮੈਂ ਜਿੱਦਣ ਇਹਨੇ ਮੈਨੂੰ ਫੜਾਇਆ, ਮੈਂ ਹਸਪਤਾਲ 4 ਘੰਟੇ ਰਿਹਾ ਜੇਲ੍ਹ ਦੇ ਵਿੱਚ, ਕਿਉਂਕਿ ਅਸੀਂ ਜੇਲ੍ਹ ਦੇ ਵਿੱਚ ਗਏ ਨਹੀਂ ਕਦੇ। ਮੇਰੇ ਤਾਂ ਇੰਨਾ ਕੁ ਹੋ ਹੀ ਗਿਆ ਸੀ ਵੀ ਮੈਨੂੰ ਦੱਸੋ ਕੀ ਕੀਤਾ ਮੈਂ, ਇੰਨਾ ਫਾਇਦਾ ਕੀਤਾ, ਸਭ ਕੁਝ ਕੀਤਾ। ਪਰ ਸੁਦਰਸ਼ਨ ਤੋਰ ਜੀ, ਤੁਸੀਂ ਇੰਟਰਵਿਊ ਪਹਿਲਾਂ ਦੇਖ ਕਹਿ ਚੁੱਕੇ ਹੋ 72 ਸਾਲ ਦੇ ਵਿੱਚ ਮੈਂ ਪੂਰਾ ਫਿਟ ਫੈਟ ਹੈ ਅਤੇ 250 ਗ੍ਰਾਮ ਜਿਹੜਾ ਆ ਔਰ ਰੋਜ਼ਾਨਾ ਜਿਹੜਾ ਘੇ ਪੀਂਦਾ ਆ ਉਹ ਪੂਰੀ ਜਵਾਨੀ ਵਿੱਚ ਹੈ। ਐਂਡ ਨਾਓ ਯੂ ਟੈਲਿੰਗ ਮੀ ਕਿ ਤੁਸੀਂ ਹੱਥ ਨਹੀਂ ਲਾ ਸਕਦੇ, ਕਿ ਤੁਸੀਂ ਬਜ਼ੁਰਗ ਹੋ। ਕਮ ਔਨ ਬੇਬੀ, ਯੂ ਟੋਲਡ ਮੀ ਦੈਟ ਕਿ ਤੁਸੀਂ ਭਾਜੀ ਮੈਂ ਖਾਂਦਾ ਨਹੀਂ ਬੰਦਾ, ਮੈਂ ਕਦੇ ਕਿਸੇ ਨਾਲ ਲੜਿਆ। ਓਕੇ ਫਾਈਨ। ਨੰਬਰ 6 ਕਾਲਰ ਪਲੀਜ਼। ਹੈਲੋ। ਹਾਂਜੀ ਬਾਸੀ ਸਾਹਿਬ, ਪਹਿਲੀ ਗੱਲ ਤਾਂ ਜੀ ਦੇਖੋ ਇਹ ਆ ਵੀ ਯਾਰ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਹੈ 70 ਸਾਲ ਦੀ ਉਮਰ 'ਚ ਜਾ ਕੇ ਵਿਆਹ ਕਰਾਉਣਾ। ਨਹੀਂ ਇਦਾਂ ਨਹੀਂ ਕਹਿੰਦੇ ਕਿਸੇ ਨੂੰ, ਬਜ਼ੁਰਗ ਨੂੰ ਪਲੀਜ਼। ਪਹਿਲੇ ਤਾਂ ਗੱਲ ਹੈ ਇਹਨੂੰ ਪੁੱਛੇ ਸ਼ਰਮ ਮੈਨੂੰ ਆਉਣੀ ਚਾਹੀਦੀ, ਕਿਉਂ ਮੈਂ ਇਹਦੀ ਭੈਣ ਨੂੰ ਫੜ ਲਿਆ ਸੀ। ਓ ਪਲੀਜ਼। ਨਹੀਂ ਕੀ ਨਹੀਂ ਇਹ ਕਿਉਂ ਹੁੰਦਾ ਸ਼ਰਮ ਤੇ ਇਹਦਾ ਨਾਮ ਦੱਸੋ ਮੈਨੂੰ ਕੀ ਆ ਇਹ ਤੇ ਕਰਾਂ ਸ਼ਰਮ ਦੱਸਦਾ, ਇਹਦੀ ਮੈਂ ਕੁੜੀ ਚੱਕ ਲਈ ਆ। ਤੇਰੀ ਚੱਕਾਂਗੇ ਕੋਈ ਨਹੀਂ। ਐਕਸਕਿਊਜ਼ ਮੀ ਪਲੀਜ਼ ਪਲੀਜ਼। ਸਤਿਕਾਰਯੋਗ ਨੇ ਸਾਡੇ ਤੂਰ ਸਾਹਿਬ, ਸਾਡੇ ਸਰ ਦੇ ਤਾਜ ਨੇ ਔਰ ਇਹ ਆਪਣੇ ਮਨ ਦੀ ਭੜਾਸ ਕੱਢਣ ਆਏ ਨੇ। ਪਲੀਜ਼ ਤੁਸੀਂ ਸ਼ਰਮ ਬੇਸ਼ਰਮ ਸ਼ਬਦ ਨਾ ਵਰਤੋ, ਕਿਉਂਕਿ ਆਫਟਰ ਆਲ ਸਾਡੇ ਬਜ਼ੁਰਗ ਨੇ। ਜ਼ਿੰਦਗੀ ਦੇ ਵਿੱਚ ਉਹਨਾਂ ਦਾ ਰੇਡੀਓ ਤੇ ਆਉਣ ਦਾ ਮਕਸਦ ਇਹ ਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਸਾ ਹੋਰ ਬਜ਼ੁਰਗ ਜਿਹੜਾ ਇਸ ਅਵਸਥਾ ਵਿੱਚ ਵਿਆਹ ਨਾ ਕਰਾਵੇ। ਇਹਨਾਂ ਦਾ ਕਹਿਣ ਦਾ ਇਹ ਭਾਵ ਆ ਕਿ ਆਹ ਕੁਛ ਮਹੀਨਾ ਬੀਤਿਆ, ਤੁਹਾਡੇ ਨਾਲ ਬੀਤ ਸਕਦਾ ਆ। ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਸ਼ੋਅ ਦੇ ਵਿੱਚ, ਕਿਉਂ ਤੂਰ ਸਾਹਿਬ ਤੁਸੀਂ ਲੋਕਾਂ ਨੂੰ ਦੱਸਣ ਆਏ ਹੋ ਕਿ ਤੁਸੀਂ ਜੋ ਗਲਤੀ ਕੀਤੀ ਤੁਸੀਂ ਹੋਰ ਨਾ ਕੋ ਕਰ ਸਕੀ। ਤੁਹਾਡਾ ਮਕਸਦ ਇਹੀ ਹੈ ਤੂਰ ਸਾਹਿਬ? ਬਿਲਕੁਲ, ਮੈਂ ਤਾਂ ਇਸ ਕਰਕੇ ਕੀਤੀ ਵੀ ਚੱਲ ਮੈਂ ਕੱਲਾ ਇਹ ਵੀ ਦੁਖੀ ਆ, ਮੈਨੂੰ ਕੀ ਪਤਾ ਵੀ ਉਹ ਗ੍ਰੀਨ ਕਾਰਡ ਲੈਣੀ ਆਈ ਆ ਇੱਥੇ। ਆਈ ਅੰਡਰਸਟੈਂਡ ਬਟ ਪੀਪਲਸ ਡੋਂਟ ਡੂ ਦੈਟ, ਕਮ ਔਨ। ਹਾਂਜੀ ਤੂਰ ਸਾਹਿਬ ਸਾਡੇ ਰਿਸਪੈਕਟਡ ਨੇ, ਉਹ ਅਵੇਅਰਨੈਸ ਦਾ ਸ਼ੋਅ ਕਰ ਰਹੇ ਅਸੀਂ। ਸਵੀਟ ਵੈਲ ਦੇ ਸੁੱਖਾ ਜੀ ਨੇ ਕਿਹਾ ਕਿ ਆਓ ਸਵੀਟ ਖਾਣੀ ਚਾਹੁੰਦੇ ਹੋ, ਵੈਜ ਖਾਣਾ ਚਾਹੁੰਦੇ, ਨਾਨ ਵੈਜ ਖਾਣਾ ਚਾਹੁੰਦੇ, ਸਵੀਟ ਵੈਲ ਯਾਦ ਰੱਖੋ। ਪੀਜ਼ਾ ਡਿਪੂ ਦਾ ਪੀਜ਼ਾ ਬੜਾ ਹੀ ਕਰਾਰਾ ਤੇ ਸਵਾਦ ਹੈ, ਤਾਂ ਨੰਬਰ 1 ਹੈ, ਯਾਦ ਰੱਖੋ। ਵੀਕਐਂਡ 3 ਵਜੇ ਤੱਕ ਖੁੱਲਦਾ ਹੈ। ਹਾਂਜੀ ਕਾਲਰ ਗੋ ਹੈਡ ਪਲੀਜ਼। ਹਾਂਜੀ ਨੰਬਰ 2 ਕਾਲਰ। ਹਾਂਜੀ ਬਾਸੀ ਸਾਹਿਬ, ਮੈਂ ਤਾਂ ਗੱਲ ਕਰਨੀ ਸੀ ਕਿ ਜਿੱਦਾਂ ਵੀ ਕੁਝ ਲੋਕ ਨਾ ਨਜਾਇਜ਼ ਹੀ ਆਪਣੇ ਆ ਕੇ ਸ਼ੋਅ ਦੇ ਉੱਪਰ ਮਜ਼ਾਕ ਉਡਾਉਂਦੇ ਰਹਿੰਦੇ ਆ, ਤੇ ਅੰਕਲ ਜੀ ਹੁਣਾਂ ਨਾਲ ਤਾਂ ਧੋਖਾ ਹੋਇਆ ਵੀ ਉਹਨਾਂ ਨੇ ਪੱਕੇ ਹੋਣ ਲਈ ਉਹ ਵਿਆਹ ਕਰਾਇਆ ਸੀ। ਹੁਣ ਤਾਂ ਇਹ ਆਪਣੀ ਸਿਹਤ ਦਾ ਖਿਆਲ ਰੱਖਣ ਜੀ, ਆਪਦਾ ਨੀਲਾ ਥੁੱਥਾ ਵਗੈਰਾ ਨਾ ਦੇ ਦਿੱਤਾ ਗਿਆ ਹੋਵੇ ਤੇ ਬਾਕੀ ਏਡਜ਼ ਨਾ ਹੋ ਗਈ ਹੋਵੇ, ਉਹ ਡਾਕਟਰ ਨੂੰ ਚੈੱਕ ਕਰਾਉਣ ਜੀ ਆਪਦਾ। ਇਹ ਮਿਹਰਬਾਨੀ ਜੀ। ਨੰਬਰ 3 ਕਾਲਰ ਪਲੀਜ਼। ਹੈਲੋ। ਮੈਨੂੰ ਬੱਲੀਏ ਬੁੜਾ ਨਾ ਜਾਣੀ ਨੀ ਕਦੀ ਮੈਂ ਚਾਕ ਪੁਰਾਣੀ ਤੇਰੀ ਜੋ ਗੁਰ ਪੰਜਾਬ ਚ ਨੰਬਰ 4 ਕਾਲਰ ਪਲੀਜ਼। ਹੈਲੋ। ਹੈਲੋ। ਹਾਂਜੀ ਬਾਸੀ ਸਾਹਿਬ ਜੀ ਪ੍ਰੋਸੀਡ ਕਰੋ। ਮੈਂ ਇਹ ਕਹਿਣਾ ਚਾਹੁੰਦਾ ਕਿ ਚਲੋ ਇਹਨਾਂ ਨੇ ਤਾਂ ਭਲਾ ਹੀ ਸੋਚਿਆ ਸੀ ਉਸ ਜਨਾਨੀ ਦਾ। ਜਨਾਨੀ ਗਲਤ ਨਿਕਲ ਆਈ ਤੇ ਇਹਦੇ ਵਿੱਚ ਤੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਆ। ਬੰਦਾ ਕਈ ਵਾਰ ਕਰ ਹੀ ਲੈਂਦਾ ਕਿ ਸ਼ਾਇਦ ਇੰਨੀ ਦੁਖੀ ਆ, ਚੱਲ ਕਿਸੇ ਤਰੀਕੇ ਨਾਲ ਚੱਲ ਇਹਦਾ ਫਾਇਦਾ ਆ ਜੇ ਕਿ ਇੱਥੇ ਇੱਕ ਧੀ ਆ ਉਹਦੀ, ਕਿ ਕਿਸੇ ਤਰੀਕੇ ਨਾਲ ਚਲੋ ਹੋ ਜੇ ਨਾ ਕੁਝ। ਪਰ ਦੂਜੀ ਗੱਲ ਇਹ ਆ ਕਿ ਚਲੋ ਜੇ ਇਹਨਾਂ ਕਿਹੜਾ ਕੋਈ ਗੁਨਾਹ ਕੀਤਾ ਵਾ,
ਇਹਨਾਂ ਕੰਮ ਹੀ ਕੀਤਾ ਜੀ 36 ਘੰਟੇ ਕਰ ਲਿਆ ਤੇ ਫਿਰ ਕੀ ਹੋ ਗਿਆ? ਜਿਹੜੇ ਲੋਕ ਕਹਿੰਦੇ ਨੇ ਇਹਨੇ ਕਿੱਦਾਂ ਇੰਨਾ ਕੰਮ ਕਰ ਲਿਆ, ਉਹ ਇਹਨੇ ਕਿਹੜਾ ਕੋਈ 2 ਨੰਬਰੀ ਕੰਮ ਕੀਤਾ, ਮਿਹਨਤ ਹੀ ਕੀਤੀ ਆ। ਮਿਹਨਤ ਤੇ ਕੋਈ ਵੀ ਬੰਦਾ ਕਰ ਸਕਦਾ। ਤੁਸੀਂ ਵਾਰ-ਵਾਰ ਇਹ ਗੱਲ ਥੋੜਾ ਅਗਲੇ ਨੂੰ ਕਹਿ ਸਕਦੇ ਕਿ ਤੂੰ ਏਦਾਂ ਕਿਉਂ ਕੀਤਾ, ਏਦਾਂ। ਇਹ ਬੜੀ ਗੱਲ ਗਲਤ ਆ। ਅਗਲੇ ਨੇ ਕਿਹੜਾ ਕੋਈ ਓਦਾਂ ਹਨਾ ਕਿ ਕੋਈ ਸਮਗਲਰ ਕਰਨ ਦਾ ਜਾਂ ਕੁਝ ਹਨਾ, ਉਹਨੇ ਸਿਰਫ ਮਿਹਨਤ ਹੀ ਕੀਤੀ ਆ। ਕਿਉਂ ਜਿੰਨਾ ਚ ਦਮ ਅਗਲੇ ਨੇ ਕਰ ਲਿਆ ਤੇ ਫਿਰ ਕੀ ਹੋ ਗਿਆ? ਓਕੇ ਬਾਸੀ ਸਾਹਿਬ ਇਹੀ ਗੱਲ ਕਰੀ। ਔਰ ਦੇਖੋ ਇਹਨਾਂ ਨੇ 72 ਸਾਲ ਦੀ ਉਮਰ ਵਿੱਚ ਆਪਣੇ ਲਈ ਸ਼ਾਦੀ ਕਰਨ ਦਾ ਇਹਨਾਂ ਨੂੰ ਸ਼ੌਂਕ ਨਹੀਂ ਸੀਗਾ। ਇਹਨਾਂ ਨੇ ਮੇਰੇ ਖਿਆਲ ਇਹ ਸੋਚਿਆ ਹੋਣਾ ਤੂਰ ਸਾਹਿਬ ਨੇ ਕਿ ਚਲੋ ਜਿਸ ਤਰ੍ਹਾਂ ਮੈਂ ਸ਼ਾਦੀ ਕਰ ਰਿਹਾ, ਬੇਸਹਾਰਾ ਔਰਤ ਆ ਔਰ ਇੱਥੇ ਕੋਈ ਇਮੀਗ੍ਰੇਸ਼ਨ ਨਹੀਂ ਹੈ, ਇਹਦੇ ਨਾਲ ਇੱਕ ਧੀ ਆ, ਛੋਟਾ ਬੱਚਾ ਆ, ਉਹਦੀ ਜ਼ਿੰਦਗੀ ਬਣ ਜਾਊਗੀ। ਤੇ ਇਹਨਾਂ ਦੇ ਭਲਾ ਸੋਚਿਆ ਆ, ਭਲੇ ਕੀਤਾ ਆ, ਪਰ ਬੁਰਾ ਹੋ ਗਿਆ। ਇਹਨਾਂ ਦੇ ਨਾਲ ਪੈਸੇ ਵੀ ਚਲੇ ਗਏ ਔਰ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ। ਹੁਣ ਡਿਸਟਰਬ ਨੇ ਔਰ ਕਿਸੇ ਬਜ਼ੁਰਗ ਨੇ ਐਸੀ ਹਾਲਤ ਵਿੱਚ ਹੋ ਜਾਵੇ ਕੋ ਕਰੇ ਤਾਂ ਇਹ ਮੈਨੂੰ ਬੜਾ ਦੁੱਖ ਹੈ ਇਸ ਬਜ਼ੁਰਗ ਦੇ ਨਾਲ, ਭਾਵੇਂ ਕਿ ਸਟੋਰੀ ਵਨ ਸਾਈਡਡ ਆ। ਪਰ ਇਹਨਾਂ ਦਾ ਸੋਚਣਾ ਕੁਝ ਸੈਕਿੰਡ ਲਈ ਸੋਚੋ, 72 ਸਾਲ ਦੀ ਉਮਰ ਦੇ ਵਿੱਚ ਬੰਦਾ ਐਗਰੀ ਨਹੀਂ ਕਰਦਾ, ਆਪਣੇ ਘਰ ਭੇਜਾ ਦਿੰਦਾ ਕਿਸੇ ਔਰਤ ਨੂੰ ਕਿ ਤੂੰ ਆ ਜਾ ਬੇਟਾ ਰਹਿ ਲੈ ਆਪਣੇ ਨਾਲ, ਤੇਰੀ ਛੋਟੀ ਧੀ ਹੈ, ਤੂੰ ਰਹੀ ਜਾ, ਨਥਿੰਗ ਰੋਂਗ। ਉਸ ਤੋਂ ਬਾਅਦ ਉਹ ਇਨਸਿਸਟ ਕਰਦੀ ਹੈ ਕਿ ਤੁਸੀਂ ਮੈਨੂੰ ਵਿਆਹ ਕਰਾ ਲਓ, ਆ ਹੋ ਜਾਵੇ। ਉਹ ਇਹ ਕਹਿੰਦੀ ਹੋਗੀ ਮੇਰੀ ਧੀ ਪੱਕੀ ਹੋ ਜਾਊਗੀ, ਅਸੀਂ ਪੱਕੇ ਹੋ ਜਾਵਾਂਗੇ, ਮੇਰੀ ਕੁੜੀ ਵੱਡੀ ਹੋ ਜਾਣੀ ਹੈ। ਇਹਨਾਂ ਨੇ ਭਲਾ ਕੀਤਾ, ਚਲੋ ਬਕਾਨੀ ਧੀ ਨੂੰ ਆਪਣੀ ਗੱਲ ਲਾਇਆ, ਉਹਦੀ ਫਿਊਚਰ ਬਣਾਇਆ। ਪਰ ਉਸ ਤੋਂ ਬਾਅਦ ਹੀਰਾ ਫੇਰੀ ਇਹਨਾਂ ਦੀ ਹੋਈ ਹੈ। ਸੋ ਤੂਰ ਸਾਹਿਬ ਦਾ ਜੋ ਕਹਿ ਰਹੇ ਨੇ ਇਹਦੇ ਮੁਤਾਬਕ ਕਸੂਰ ਨਹੀਂ ਲੱਗਦਾ ਮੈਨੂੰ, ਭਾਵੇਂ ਵਨ ਸਾਈਡ ਸਟੋਰੀ ਹੈ। ਤੂਰ ਸਾਹਿਬ ਮੈਂ ਸਮਝ ਗਿਆ ਤੁਹਾਡੀਆਂ ਫੀਲਿੰਗਾਂ ਕਿ ਤੁਸੀਂ 2 ਪਹਿਲੂ ਲਏ ਨੇ। ਇੱਕ ਤਾਂ ਚਲੋ ਇਸ ਔਰਤ ਨੂੰ ਆਪਣੇ ਘਰ ਵਿੱਚ ਟਿਕਾਣਾ ਦਿੱਤਾ, ਦੂਜਾ ਜਿਹੜੀ ਨਾਲ ਬੱਚੀ ਸੀਗੀ ਚਲੋ ਉਹਦੇ ਬਾਰੇ ਸੋਚਿਆ ਕਿ ਐਟਲੀਸਟ ਪੱਕੀ ਹੋ ਜਾਊਗੀ। ਆਮ ਰਾਈਟ? ਤੁਹਾਡੀ ਸੋਚਣੀ ਇਹੀ ਸੀ ਨਾ ਤੂਰ ਸਾਹਿਬ? ਹਾਂਜੀ ਹਾਂਜੀ ਜੀ। ਨੰਬਰ 4 ਕਾਲਰ ਪਲੀਜ਼। ਹੈਲੋ ਨੰਬਰ 4 ਕਾਲਰ, ਨੰਬਰ 5 ਕਾਲਰ, ਕਾਲਰ ਨੰਬਰ 5 ਪਲੀਜ਼। ਨੰਬਰ 6 ਕਾਲਰ, ਨੰਬਰ 6 ਕਾਲਰ ਜੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਸਰ? ਤੁਸੀਂ 6 ਕਾਲਰ ਗੋ ਹੈਡ ਪਲੀਜ਼। ਹਾਂਜੀ ਸਰ, ਮੈਂ ਇਹ ਕਹਿਣਾ ਚਾਹ ਰਿਹਾ ਸੀ ਵੀ ਅੰਕਲ ਜੀ ਜਿੰਨੇ ਭੋਲੇ ਭਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਨਾ, ਦਰਅਸਲ ਇਹਨੇ ਹੈ ਨਹੀਂ। ਇਹ ਕਹਿੰਦੇ ਮੇਰਾ ਪੈਸਾ ਪਤਾ ਨਹੀਂ ਕਿੱਥੇ ਚਲਿਆ ਗਿਆ, ਮੈਨੂੰ ਨਹੀਂ ਪਤਾ, ਮੈਨੂੰ ਕੁਝ ਨਹੀਂ ਪਤਾ। ਐਕਚੁਅਲੀ ਇਹਨਾਂ ਨੂੰ 72 ਸਾਲ ਦੀ ਉਮਰ 'ਚ ਜਦੋਂ ਵਿਆਹ ਕਰਾਇਆ ਤੇ ਪਤਾ ਹੋਣਾ ਚਾਹੀਦਾ ਸੀ ਵੀ ਮੇਰੇ ਨਾਲ ਕੱਲ ਨੂੰ ਇਹ ਹੋਣਾ ਹੈ। ਘੱਟੋ ਘੱਟ ਆਪਣੇ ਪੈਸੇ ਤੇ ਕੰਟਰੋਲ ਇਹਨਾਂ ਨੂੰ ਰੱਖਣਾ ਚਾਹੀਦਾ ਸੀਗਾ ਨਾ। ਉਹ ਜਦ ਬੰਦੇ ਵਿਆਹ ਕਰਾ ਲਿਆ, ਮੈਂ ਤਾਂ ਪੱਕਾ ਵਿਆਹ ਕਰਾਇਆ ਸੀਗਾ। ਮੈਂ ਕਿਹਾ ਵੀ ਚੱਲ ਪੈਸੇ, ਮੈਂ ਬਾਹਰ ਰਹਿੰਦਾ ਸੀਗਾ, ਇੱਕ ਦਿਨ ਆਉਂਦਾ ਸੀਗਾ, ਆਉਣ ਜਾਂਦਾ ਕਿਰਾਇਆ ਕਰਵਾਇਆ, ਉਹਨੂੰ ਕਿਹਾ ਵੀ ਤੂੰ ਹੀ ਨਹੀਂ ਅੰਕਲ ਜੀ ਤੁਸੀਂ ਭੋਲੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਇਹਨਾਂ ਨਾ ਬਣੋ ਪਲੀਜ਼। ਠੀਕ ਹੈ ਨਾ, ਤੁਸੀਂ ਗਲਤ ਕਰ ਰਹੇ ਹੋ। ਜਿਹਦੇ ਪੈਸੇ ਗਏ ਹੋਣ ਨਾ ਉਹਨੂੰ ਭੋਲਾ ਹੀ ਲੋਕ ਕਹਿੰਦੇ ਆ। ਜੇ ਤੇਰੇ ਇੰਨੇ ਗਏ ਹੁੰਦੇ ਨਾ ਜਾਂ ਤੇਰੇ ਨਾਲ ਧੋਖਾ ਹੋਇਆ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਨਹੀਂ ਬਈ ਜਾ ਕੇ ਹੁਣ ਤੂੰ ਆ ਜਾ, ਤੇਰੀ ਜਿੱਥੋਂ ਫਰੇ ਨੂੰ ਆਂਢ ਗੁਆਂਢ ਪੁੱਛਦਾ ਵੀ ਉਹ ਲੋਕੀ ਇਹ ਕਹਿੰਦੇ ਆ ਵੀ ਇਹ ਬੰਦੇ ਨੂੰ ਇਹਨੇ ਇੰਨਾ ਕੰਮ ਕੀਤਾ ਅੱਜ ਰੋਡ ਤੇ ਆ। ਬਿਲਕੁਲ ਆਂਢ ਗੁਆਂਢ ਸਾਡੇ ਪੰਜਾਬੀ ਰਹਿੰਦੇ ਆ। ਨੰਬਰ 5 ਕਾਲਰ ਪਲੀਜ਼। ਹੈਲੋ ਹਾਂਜੀ ਤੁਸੀਂ ਲਾਈਨ ਤੇ ਹੋ ਜੀ। ਹਾਂਜੀ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਸੀਗੀ ਕਿ ਮਾੜੀ ਗੱਲਬਾਤ ਕਰਨੀ ਸੀ ਆਪਣੇ ਸੀਨੀਅਰਸ ਬਾਰੇ ਦੇ ਜਿਹੜੀਆਂ ਨੇ ਅਬਿਊਸ ਚੱਲਦੀ ਆ ਜੀ। ਇਹਦੀ ਇੱਕ ਬਹੁਤ ਵੱਡੀ ਕਿਸਮ ਦੀ ਇਮੋਸ਼ਨਲ ਅਬਿਊਸ ਹੈਗੀ ਆ ਤੇ ਇਹ ਇਹਨਾਂ ਕੋਈ ਕਸੂਰ ਨਹੀਂ ਹੈਗਾ ਬਿਕਾਜ਼ ਇਹ ਵਲਨਰੇਬਲ ਬਹੁਤ ਹੁੰਦੇ ਆ ਇਸ ਉਮਰ ਚ ਆ ਕੇ ਹਨਾ। ਤੇ ਇਹਨਾਂ ਨੇ ਸੱਚੀ ਕਿਸੇ ਦੀ ਏਦਾਂ ਦਿਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਐਂਡ ਆਈ ਡੋਂਟ ਬਲੇਮ ਹਿਮ। ਪਰ ਜਿਹੜੀ ਲਾਈਕ ਲੇਡੀ ਸੀਗੀ ਆਬਵੀਅਸਲੀ ਸ਼ੀ ਇਜ਼ ਇੱਕ ਕਿਸਮ ਦੀ ਕ੍ਰਿਮੀਨਲ ਆ ਹਨਾ। ਇੱਕ ਤਾਂ ਉਹਨੇ ਇਮੋਸ਼ਨਲੀ ਇਹਨੂੰ ਅਬਿਊਜ਼ ਕੀਤਾ ਤੇ ਦੂਜੇ ਪਾਸੇ ਉਹਨੇ ਪੈਸੇ ਲੈ ਕੇ ਫਰਾਡ ਕੀਤਾ ਉਹਨਾਂ ਨੇ ਹਨਾ ਜੀ। ਸੋ ਇਹ ਤਾਂ ਵਿਚਾਰੇ ਲਾਈਕ ਆਪਾਂ ਜਿਹੜੇ ਆਪਣੀ ਸਾਰੀ ਕਮਿਊਨਿਟੀ ਸੋਸਾਇਟੀ ਆ ਆਪਣੇ ਬਜ਼ੁਰਗਾਂ ਦੀ ਹੈਲਪ ਕਰਨੀ ਚਾਹੀਦੀ ਆ। ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਇਹਨੇ ਜਿਹੜੀ ਲੋਨਲੀਨੈਸ ਵੀ ਹੁੰਦੀ ਆ ਉਹ ਚੀਜ਼ ਤੇ ਇਹ ਜਿਹੜੇ ਇਹੋ ਜਿਹੇ ਜਨਾਨੀਆਂ ਹੁੰਦੀਆਂ ਉਹ ਪਲੇ ਕਰਦੀਆਂ ਹਨਾ ਤੇ ਉਹ ਤਾਂ ਹੀ ਇਹਨਾਂ ਨੂੰ ਇੰਨਾ ਕੁਝ ਹੋ ਚੁੱਕਾ। ਇੰਸਟੈਡ ਆਪਾਂ ਜਿਹੜੇ ਉਹਨੂੰ ਇੰਨੀਆਂ ਗੰਦੀਆਂ ਲਵ ਸੁਣਨ ਵਾਸਤੇ ਵਰਤਦੇ ਇਹ ਸਾਰਾ ਕੁਝ ਕਰ ਰਹੇ ਆਪਾਂ ਅੰਡਰਸਟੈਂਡ ਕਰਨਾ ਚਾਹੀਦਾ ਤੇ ਇਹਦੇ ਪਿੱਛੇ ਕੀ ਕਾਰਨ ਸੀਗਾ ਐਂਡ ਉਹ ਲੇਡੀ ਤੇ ਸਾਰਾ ਬਲੇਮ ਜਾਣਾ ਚਾਹੀਦਾ ਇਹਨਾਂ ਤੇ ਨਹੀਂ। ਪਰ ਸਾਡੇ ਤੁਸੀਂ ਮੇਰੇ ਸਤਿਕਾਰਯੋਗ ਕਾਲਰ ਹੋ ਕਿ ਸਾਡੇ ਕਾਲਰ ਜਿਹੜੇ ਨੇ ਫਰੀडम ਆਫ ਸਪੀਚ ਸ਼ੋ ਨੂੰ ਡਿਸਟਰਬ ਕਿਉਂ ਕਰਦੇ ਨੇ? ਇਹ ਇੱਕਦਮ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਇਹਨਾਂ ਨੂੰ ਗਲਤ ਕਹਿ ਰਹੇ ਨੇ, ਇਸ ਤਰ੍ਹਾਂ ਗੱਲ ਕਰਨ ਜਿਵੇਂ ਜੱਜ ਬਣ ਗਏ ਹੁੰਦੇ ਇੱਥੇ। ਹਾਂਜੀ ਔਰ ਇਹਨਾਂ ਨੇ ਕੀ ਕ੍ਰਾਈਮ ਕੀਤਾ? ਇਹਨਾਂ ਤੇ ਹੈਲਪ ਕੀਤੀ, ਆਪਣੇ ਘਰ ਦੇ ਵਿੱਚ ਉਹਨੂੰ ਜਗ੍ਹਾ ਦਿੱਤੀ, ਉਸ ਤੋਂ ਬਾਅਦ ਉਹਨੇ ਇਨਸਿਸਟ ਕੀਤਾ, ਵਿਆਹ ਕੀਤਾ ਔਰ ਤੂਰ ਸਾਹਿਬ ਨੇ ਸੋਚਿਆ ਚਲੋ ਇਹਦੇ ਨਾਲ ਇੱਕ ਕੁੜੀ ਆ, ਚਲੋ ਪੱਕੀ ਹੋ ਜਾਊਗੀ, ਇਹਨਾਂ ਦਾ ਫਿਊਚਰ ਬਣ ਜਾਊਗਾ, ਮੈਂ ਤਾਂ 72 ਸਾਲ ਦਾ ਆ, ਚਲੋ ਮੇਰੇ ਘਰ ਦੇ ਵਿੱਚ ਰੌਣਕ ਹੋ ਜਾਊਗੀ। ਸਾਰਾ ਇੱਕ ਇਨਸਾਨੀਅਤ ਤੌਰ ਤੇ ਹਿਊਮੈਨਿਟੀ ਦੇ ਗਰਾਊਂਡ ਨੂੰ ਅਸੀਂ ਜੇ ਦੇਖੀਏ ਤਾਂ ਇਹਨਾਂ ਨੇ ਕੁਝ ਮਾੜਾ ਨਹੀਂ ਕੀਤਾ ਹੈ ਜੀ। ਹਾਂਜੀ 100% ਐਂਡ ਤੁਸੀਂ ਇਹ ਦੇਖੋ ਇਹਨੇ ਕਿਸੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਆਪ ਇਹਨੇ ਆਪ ਦੀ ਮਾਈਂਡ ਬਾਰੇ ਸੋਚੋ ਕਿ ਆਪ ਚਾਹੁੰਦੇ ਸੀ ਕਿ ਰੌਣਕ ਹੋਵੇ ਕਿ ਮੇਰੇ ਕੋਲ ਕੋਈ ਹੋਵੇ ਬਿਕਾਜ਼ ਕਿੰਨੇ ਲੋਨਲੀ ਸੀਨੀਅਰਸ ਹੈਗੇ ਆ। ਈਵਨ ਸੀਨੀਅਰਸ ਇਹੋ ਜਿਹੇ ਹੈਗੇ ਜਿਹੜੇ ਘਰ ਵਿੱਚ ਰਹਿ ਕੇ ਕਿੰਨੇ ਲੋਨਲੀ ਆ।
ਓਕੇ ਆਪਣੇ ਜਿਹੜੇ ਹਸਬੈਂਡ ਵਾਈਫ ਹੁੰਦੇ ਉਹ ਆਪਣੀ ਲਾਈਫ ਤੇ ਚਲਾਈ ਜਾਂਦੇ ਆ, ਉਹ ਆਪਣੇ ਬੱਚਿਆਂ 'ਚ ਖੇਡਦੇ ਹੱਸਦੇ ਸਾਰਾ ਕੁਝ ਕਰੀ, ਪਰ ਕਦੀ ਉਹਨੇ ਪੁੱਛਿਆ ਕਿ ਮੰਮੀ ਡੈਡੀ ਤੁਸੀਂ ਠੀਕ ਆ ਤੇ ਤੁਹਾਨੂੰ ਖੁਸ਼ੀ ਵਾਸਤੇ ਕੀ ਚਾਹੀਦਾ, ਹਨਾ? ਮੈਂ ਬਹੁਤ ਵਾਰੀ ਦੇਖਿਆ ਆਪਣੇ ਕਮਰਿਆਂ 'ਚ ਬੈਠੇ ਰਹਿੰਦੇ ਸਾਰਾ ਦਿਨ, ਕੋਈ ਉਹਨਾਂ ਨੂੰ ਪੁੱਛਦਾ ਨਹੀਂ ਹੈਗਾ ਚੰਗੀ ਤਰ੍ਹਾਂ, ਤੇ ਬਹੁਤ ਘਰਾਂ 'ਚ ਮੈਂ ਇਹ ਦੇਖ ਰਹੀ ਹਾਂ। ਤੇ ਫਿਰ ਜੇ ਹੁਣ ਇਹ ਬਜ਼ੁਰਗ ਆ ਤੇ ਇਹ ਆਪ ਹੁਣ ਟਰਾਈ ਕਰਦੇ ਸੀ ਕਿ ਆਪਣੀ ਲਾਈਫ 'ਚ ਥੋੜੀ ਖੁਸ਼ੀ ਲਿਆਉਣ ਵਾਸਤੇ, ਕਿਉਂ ਆਪਾਂ ਇਹਨੂੰ ਏਦਾਂ ਜੱਜ ਕਰ ਰਹੇ ਹਾਂ? ਤੇ ਦੂਜੀ ਗੱਲ ਇਹ ਆਪਾਂ ਬਹੁਤ ਵਾਰੀ ਸੁਣਿਆ ਹੋਣਾ, don't throw stones when we all live in glass houses. ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੁੰਦਾ ਹੈਗਾ, ਤੇ ਤੁਸੀਂ ਇਹਦੇ ਤੇ ਇੰਨੇ ਲਾਈਕ ਗੰਦੇ ਲਫ਼ਜ਼ ਵਰਤ ਰਹੇ ਆ, ਇਟਸ ਸੋ ਰੋਂਗ। I'm sorry, I'm really sorry। ਜੀ ਬਿਲਕੁਲ ਜੀ ਭੈਣ ਜੀ, ਤੁਹਾਡੀ ਗੱਲ ਨਾਲ ਵੀ ਮੈਂ ਕਿਤੇ ਨਾ ਕਿਤੇ ਸਹਿਮਤ ਹਾਂ। ਅਸਲ 'ਚ ਨਾ ਮੇਰੀ ਇਹ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਿਹੜੀਆਂ ਇਹ ਫਰੀडम ਆਫ ਸਪੀਚ ਇੱਕ ਸਟੋਰੀਆਂ ਆਉਂਦੀਆਂ, ਕਹਾਣੀਆਂ ਆਉਂਦੀਆਂ, ਉਹ ਆਪਦੀ ਜ਼ਿੰਦਗੀ ਦਾ ਜਿਹੜਾ ਬੀਤਿਆ ਉਹਨਾਂ ਨਾਲ ਉਹ ਦੱਸਦੇ ਆ। ਇਹਦੇ ਵਿੱਚ ਸਾਡੇ ਤੇ ਦੋ ਗੱਲਾਂ ਆਉਂਦੀਆਂ ਜੀ ਸਾਡੇ ਸੁਣਨ ਦੇਖਣ ਵਾਲਿਆਂ ਤੇ, ਕਿ ਅਸੀਂ ਇਹ ਸਟੋਰੀਆਂ ਨਾਲ ਸਿਰਫ ਜਿਹੜਾ ਰਿਸ਼ਤਾ ਰੱਖਣਾ ਉਹ ਸਵਾਦਾਂ ਵਾਲਾ ਹੀ ਰੱਖਣਾ, ਵੀ ਇਹ ਤੋਂ ਸਵਾਦ ਲੈਣਾ, ਜਾਂ ਫਿਰ ਕੋਈ ਜ਼ਿੰਮੇਵਾਰੀ ਵਾਲਾ ਰਿਸ਼ਤਾ ਵੀ ਇਹਦੇ ਨਾਲ ਰੱਖਣਾ। ਕਿਉਂਕਿ ਇਹ ਲੜਾਈ ਇਹ ਲੜਾਈ ਹੈ ਜਿਹਦੇ ਨਾਲ ਇਹ ਜੂਝ ਰਹੇ ਆ ਜਾਂ ਇਹਨਾਂ ਨੂੰ ਮੁਸ਼ਕਲ ਆਈ ਹੈ, ਸਿਰਫ ਇਹਨਾਂ ਦੀ ਤਾਂ ਹੈ ਨਹੀਂ ਗੀ, ਉਹ ਮਨੁੱਖ ਵਜੋਂ ਜਾਂ ਕਹ ਲਓ ਕਿ ਇੱਕ ਸਮਾਜ ਵਜੋਂ ਉਹ ਸਿੱਧੇ ਰੂਪ ਦੇ ਵਿੱਚ ਸਾਡੇ ਨਾਲ ਵੀ ਮਤਲਬ ਕਿ ਜੁੜੀ ਹੋਈ ਆ, ਕਿ ਕੱਲ ਨੂੰ ਉਹਦਾ ਵਿਕਟਮ ਕੋਈ ਅਸੀਂ ਹੋ ਸਕਦੇ ਹਾਂ, ਸਾਡਾ ਕੋਈ ਪਰਿਵਾਰ ਦਾ ਮੈਂਬਰ ਹੋ ਸਕਦਾ, ਸਾਡਾ ਕੋਈ ਰਿਸ਼ਤੇਦਾਰ ਹੋ ਸਕਦਾ। ਸੋ ਅਸੀਂ ਇਹੋ ਜਿਹੀਆਂ ਮੁਸ਼ਕਲਾਂ ਜਾਂ ਇਹੋ ਜਿਹੀਆਂ ਲੜਾਈਆਂ ਦਾ ਅਸੀਂ ਦਰਸ਼ਕ ਤਾਂ ਹੋ ਨਹੀਂ ਸਕਦੇ ਵੀ ਅਸੀਂ ਸਵਾਦ ਲਈਏ ਜਾਂ ਉਹਨੂੰ ਪੁੱਠਾ ਸਿੱਧਾ ਕੁਝ ਕਹਿ ਦਈਏ। ਸੋ ਇਹ ਮੁਸ਼ਕਲਾਂ ਨੂੰ ਨਾ ਕਦੇ ਇਹਨਾਂ ਜਿਵੇਂ ਇਹ ਫੇਸ ਕਰ ਰਹੇ ਨੇ, ਤੁਸੀਂ ਇੱਕ ਪ੍ਰੈਡਿਕਟ ਕਰਕੇ ਦੇਖੋ ਇਹਨਾਂ ਦੀਆਂ ਮੁਸ਼ਕਲਾਂ ਨੂੰ ਇਹਨਾਂ ਦੇ ਹਵਾਲੇ ਨਾਲ ਸਮਝ ਕੇ ਵੇਖੋ, ਫਿਰ ਜਿਹੜੀਆਂ ਆਹ ਤੁਹਾਡੀ ਸਵਾਦ ਵਾਲਾ ਰਿਸ਼ਤਾ ਜਾਂ ਫਿਰ ਤੁਹਾਡੀ ਜ਼ਿੰਦਗੀ ਦੀਆਂ ਗੁੰਝਲਾਂ ਨਾ ਤੁਹਾਨੂੰ ਬੜੀ ਸੌਖੇ ਤਰੀਕੇ ਨਾਲ ਸਮਝ ਆ ਜਾਣਗੀਆਂ। ਸੋ ਗੱਲ ਨੂੰ ਸਮਝੋ ਵੀ ਸਾਡੇ ਨਾਲ ਕਿਵੇਂ ਲਿੰਕਡ ਨੇ। ਅਸੀਂ ਰਿਸ਼ਤਾ ਦੋ ਰੱਖ ਸਕਦੇ ਹਾਂ ਇਹਦੇ ਨਾਲ, ਇੱਕ ਸਵਾਦਾਂ ਵਾਲਾ ਰੱਖ ਲਓ ਤੇ ਇੱਕ ਰਿਸ਼ਤਾ ਤੁਸੀਂ ਰੱਖ ਲਓ ਇਹਦੇ ਨਾਲ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ। ਸੋ ਇਹਨੂੰ ਸਵਾਦਾਂ ਵਾਲੇ ਦੀ ਬਜਾਏ ਮੈਂ ਕਹਿੰਦਾ ਜੇ ਜ਼ਿੰਮੇਵਾਰੀ ਵਾਲੇ ਪਾਸੇ ਜਾਈਏ ਨਾ, ਕਿਉਂਕਿ ਅਲਟੀਮੇਟਲੀ ਇਹ ਸਾਡੀਆਂ ਜੜ੍ਹਾਂ ਨਾਲ ਜੁੜੀਆਂ ਗੱਲਾਂ ਨੇ, ਇਹ ਸਾਡੇ ਪੰਜਾਬ, ਸਾਡੀ ਪੰਜਾਬੀਅਤ, ਸਾਡੇ ਰਿਸ਼ਤੇ ਮਾਵਾਂ ਭੈਣਾਂ ਨਾਲ ਜੁੜੀਆਂ ਗੱਲਾਂ ਨੇ। ਸੋ ਠੀਕ ਹੈ, ਸਵਾਦ ਲੈਣੇ ਹੋ, ਫਨ ਹੁੰਦਾ, ਸ਼ੋਅ ਹੈ, ਸਾਨੂੰ ਵੀ ਜੇ ਤੁਸੀਂ ਸੁਣੋਗੇ ਤਾਂ ਹੀ ਚੱਲਣਾ, ਬਟ ਇੱਕ ਲਿਮਟ ਜ਼ਿੰਮੇਵਾਰੀ ਵਾਲਾ ਪੱਖ ਜੇ ਭਾਰੀ ਕਰੀਏ ਤਾਂ ਇਹ ਸੁਧਰ ਸਕਦੀਆਂ ਗੱਲਾਂ ਜੀ। ਇਹ ਐਂਟਰਟੇਨਮੈਂਟ ਇੰਡਸਟਰੀ ਨਹੀਂ ਹੈ ਜਿਹੜਾ ਤੁਹਾਡਾ ਰਿਸ਼ਤਾ ਜਿਹੜਾ ਆ ਕਿ ਐਂਟਰਟੇਨਮੈਂਟ ਦਾ ਇਹ ਸਾਧਨ ਹੈ, ਇਹ ਇੱਕ ਜ਼ਿੰਮੇਵਾਰੀ ਹੈ ਔਰ ਇਹਦੇ ਵਿੱਚ ਬਹੁਤ ਕੁਝ ਜਿਹੜਾ ਆ ਉਹ ਰਿਸਪੌਂਸਿਬਿਲਿਟੀ ਦਾ ਮੈਂ ਕਹਿ ਸਕਦਾ ਕਿ ਫਿਊਚਰ ਜੁੜਿਆ ਹੁੰਦਾ। ਇਹ ਨਾ ਕਿ ਤੁਸੀਂ ਮਜ਼ਾਕ ਕਰੋ ਕਿਸੇ ਬਜ਼ੁਰਗ ਨੂੰ ਜਿਹੜਾ ਆਲਰੇਡੀ ਹੀ ਇਜ਼ ਅ ਵਿਕਟਮ, ਇਹ ਕ੍ਰਿਮੀਨਲ ਮਾਈਂਡਡ ਪਰਸਨ ਨਹੀਂ ਹੈ, ਔਰ ਇਸ ਬਜ਼ੁਰਗ ਅਵਸਥਾ ਦੇ ਵਿੱਚ ਇਹਨਾਂ ਨੇ ਸ਼ੈਲਟਰ ਦਿੱਤਾ ਆ, ਦੂਜੇ ਪਾਸੇ ਭਵਿੱਖ ਬਣਾਉਣ ਦੀ ਗੱਲ ਕੀਤੀ ਆ, ਤੀਜੇ ਪਾਸੇ ਇਹਨਾਂ ਨੇ ਆਪਣੇ ਆਪ ਲਟਾਇਆ ਤੇ ਹੁਣ ਪਰੇਸ਼ਾਨ ਹੋਏ ਨੇ। ਕਾਲ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦੇ ਤਾਂ ਮੋਸਟ ਵੈਲਕਮ। ਹਾਂਜੀ, ਨਹੀਂ ਕੋਈ ਨਾ, that's okay, but ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਤੇ I'm so proud of you ਕਿ ਜਿਹੜਾ ਤੁਸੀਂ ਇੱਕ ਕਮਿਊਨਿਟੀ ਵਰਕ ਕਰਦੇ ਆ, ਐਂਡ ਜਿੱਦਾਂ ਵੀਰ ਜੀ ਵੀ ਕਹਿ ਰਹੇ ਸੀ ਕਿ ਆਪਾਂ ਨੂੰ ਇਸ ਚੀਜ਼ ਨੂੰ ਕਮਿਊਨਿਟੀ ਤੌਰ ਤੇ ਲਿਆਉਣਾ ਚਾਹੀਦਾ। ਇਹੋ ਜਿਹੀ ਗੱਲਾਂ ਇਹ ਨਹੀਂ ਹੈਗਾ ਤੇ ਇਹਨੂੰ ਇੱਥੇ ਲਿਆ ਕੇ ਤਾਂ ਆਪਾਂ ਐਂਟਰਟੇਨਮੈਂਟ ਆਪਣੀ ਸਵਾਦੀ ਲਈਏ, ਬਿਕਾਜ਼ ਬਾਸੀ ਜੀ ਇੱਕ ਜੈਂਟਲਮੈਨ ਆ ਜਿਹੜੇ ਆ ਕੇ ਆਪਣੀ ਸਟੋਰੀ ਦੱਸ ਰਹੇ ਆ, ਪਤਾ ਨਹੀਂ ਕਿੰਨੇ 100 ਜਾਂ ਹਜ਼ਾਰਾਂ 'ਚ ਹੋਰ ਇਹੋ ਜਿਹੀ ਸਟੋਰੀਆਂ ਹੋਣਗੀਆਂ ਜਿਹੜੇ ਅਸ਼ੇਮਡ ਬੈਠੇ ਆ ਕਿ ਸਾਡੇ ਨਾਲ ਇਹੋ ਜਿਹਾ ਧੋਖਾ ਹੋਇਆ। ਸੋ ਪਲੀਜ਼ ਐਬਸੋਲੂਟਲੀ ਆ ਸ਼ੋ ਜਿਹੜਾ ਇਹ ਕਮਿਊਨਿਟੀ ਵਾਸਤੇ ਲਰਨਿੰਗ ਆਪਰਚੁਨਿਟੀ ਹੋਣਾ ਚਾਹੀਦਾ। ਸੋ ਥੈਂਕ ਯੂ ਫॉर ਕੈਰੀਇੰਗ ਔਨ। ਥੈਂਕ ਯੂ ਸੋ ਮਚ। ਓਕੇ ਜੀ, ਯੂ ਡਿਜ਼ਰਵ ਮਾਈ ਸਲੂਟ। ਥੈਂਕ ਯੂ। ਅੱਛਾ ਗੌਰਵ, ਪੰਜਾਬ ਚ ਐਸਐਸ ਸਾਹਿਬ ਆਪਣੇ ਲੈ ਕੇ ਗਏ ਉਰੇ ਡੈਪੂਟੇਸ਼ਨ ਨੂੰ, ਕਿਉਂਕਿ ਸਮਾਂ ਜਿਹੜਾ ਸਾਡਾ ਹੋ ਰਿਹਾ। ਤੂਰ ਸਾਹਿਬ, ਮੈਂ ਖੇਮਰ ਜਾਚਣਾ ਚਾਹੁੰਦਾ ਤੁਹਾਡੇ ਤੋਂ ਔਰ ਕਿਉਂਕਿ ਕਮਿਊਨਿਟੀ ਤੋਂ, ਕਿਉਂਕਿ ਕਈ ਵਾਰ ਸਾਡੇ ਕੁਝ ਕਾਲਰਸ ਜਿਹੜੇ ਨੇ ਉਹ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਜਿਹੜਾ ਹੈ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਦਾ, ਔਰ ਮੈਂ ਸਿਰਫ ਉਹਨਾਂ ਨੂੰ ਬੇਨਤੀ ਕਰ ਸਕਦਾ ਕਿ ਪਲੀਜ਼ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਇਹ ਬਜ਼ੁਰਗ ਨੇ 72 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੇ ਮਿਹਨਤ ਕੀਤੀ ਆ, ਟਰੱਕ ਚਲਾਇਆ ਆ, ਉਹਨਾਂ ਨੂੰ ਇਮੀਗ੍ਰੇਸ਼ਨ ਦਿਵਾਉਣ ਦੀ ਖਾਤਰ ਉਹਨਾਂ ਨੇ ਇਨਕਮ ਸੋਰਸਸ ਬਣਾਇਆ ਆਪਣੀ ਲਾਈਫ ਦਾ ਕਿ ਇਨਕਮ ਹੋਊਗੀ ਤਾਂ ਇਮੀਗ੍ਰੇਸ਼ਨ ਮਿਲੂਗੀ। ਸੋ ਕਿੰਨੀ ਸਟਰਗਲ ਕੀਤੀ ਹੈ, ਜਿਸ ਇਜ਼ ਵੈਰੀ ਸੈਡ ਐਂਡ ਬੈਡ ਪਾਰਟ। ਹਾਂਜੀ, ਸੋ ਤੂਰ ਸਾਹਿਬ ਤੁਹਾਡਾ ਫ੍ਰਿਜਨੋ ਇਲਾਕਾ ਹੈ ਕੈਲੀਫੋਰਨੀਆ ਚ ਜੀ? ਹਾਂਜੀ, ਫਰੀਦੋ ਆ ਜੀ। ਅੱਛਾ, ਤੁਸੀਂ ਖਿਆਲ ਰੱਖਣਾ ਆਪਣੇ। ਮੈਂ ਇੱਕ ਐਗਜ਼ਾਮਪਲ ਦੇ ਸਕਦਾ? ਮੇਰੇ ਪਾਸ ਸਮਾਂ ਘੱਟ ਹੈ, ਆਪਾਂ ਕੱਲ ਸਟੋਰੀ ਕਵਰ ਕਰਾਂਗੇ ਔਰ ਮੈਨੂੰ ਇੰਡੀਕੇਸ਼ਨ ਮਿਲੀ ਆ ਕਿ ਸ਼ਾਇਦ ਕੱਲ ਨੂੰ ਵਾਈਫ ਤੁਹਾਡੀ ਸਾਡੇ ਨਾਲ ਗੱਲਬਾਤ ਕਰੇ।